ਸਤਨਾਮ ਵਾਹਿਗੁਰੂ ਜੀ। ਸ਼ਲੋਕ ਮਹਿਲਾ ਤੀਜਾ। ਸੁਹਵੀਏ ਸੁਹਾਵੇਸ ਛੱਡ, ਤੂੰ ਤਾਂ ਪਿਰ ਲੱਗੀ ਪਿਆ। ਸੂਹੈ ਵੇਸ ਪਿਰ ਕਿਨੈ ਨਾ ਪਾਇਓ, ਮਨ ਮੁਖ ਦਜ ਮੁਈ ਗਾਵਾ। ਸਤਿਗੁਰ ਮਿਲਿਆ ਸੂਹਾ ਵੇਸ ਗਿਆ, ਹਉਮੈ ਵਿੱਚੋਂ ਮਾਰ। ਮਨ ਤਨ ਰਤਾ ਲਾਲ ਹੋਆ, ਰਸਨਾ ਰਤੀ ਗੁਣ ਸਾਰ। ਸਦਾ ਸੁਹਾਗਣ ਸ਼ਬਦ ਮਨ ਪੈ ਪਾਏ, ਕਰੇ ਸ਼ਿੰਗਾਰ। ਨਾਨਕ ਕਰਮੀ ਮਹਿਲ ਪਾਇਆ, ਪਿਰ ਰਾਖਿਆ ਔਰ ਤਾਰ। ਨਾਨਕ ਕਰਮੀ ਮਹਿਲ ਪਾਇਆ, ਪਿਰ ਰਾਖਿਆ ਔਰ ਤਾਰ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਅਤੇ ਮੁਕੱਦਸ ਬਾਣੀ ਦੇ ਵਿੱਚੋਂ ਆਪ ਸਤਸੰਗੀ ਜਨਾਂ ਨੇ ਸੁਬਹ ਵੇਲੇ ਦੀ ਸਾਧ ਸੰਗਤ ਦੇ ਵਿੱਚ ਬੈਠ ਕੇ ਜਿਸ ਬਚਨ ਦਾ ਪਾਠ ਸੁਣਨਾ ਕੀਤਾ ਹੈ, ਇਹ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੂਹੀ ਰਾਗ ਦੇ ਵਿੱਚ, ਸੂਹੀ ਰਾਗ ਦੀ ਵਾਰ ਦੀ 5ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਾ 787 ਤੇ ਸੁਭਾਇਮਾਨ ਹੈ। ਆਓ ਇਸ ਪਾਵਨ ਬਚਨ ਦੀ ਵਿਆਖਿਆ ਵਿਖਿਆਨ ਆਰੰਭ ਕਰਦੇ ਹਾਂ। ਉਸ ਤੋਂ ਪਹਿਲਾਂ ਸਾਰੇ ਹੀ ਸਤਸੰਗੀ ਜਨਾਂ ਨੇ ਪਿਆਰ ਸਹਿਤ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ। ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਹਾਂ। ਜਿਸ ਬਚਨ ਦੀ, ਜਿਸ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਇਸ ਬਾਣੀ ਦੇ ਵਿੱਚ ਦੋ ਉਦਾਹਰਨਾਂ ਵਾਰ-ਵਾਰ ਆ ਰਹੀਆਂ ਹਨ। ਬਾਣੀ ਵਿੱਚ ਬੜੀ ਵਾਰ ਐਸਾ ਹੁੰਦਾ ਹੈ, ਕੁਝ ਖਾਸ ਬਾਣੀਆਂ ਐਸੀਆਂ ਵੀ ਹਨ ਜਾਂ ਕੁਝ ਖਾਸ ਬਚਨ ਐਸੇ ਵੀ ਹਨ ਗੁਰੂ ਸਾਹਿਬ ਜੀ ਦੇ,
ਜਿਨ੍ਹਾਂ ਵਿੱਚ ਇੱਕ ਉਦਾਹਰਣ ਵਾਰ-ਵਾਰ ਗੁਰਦੇਵ ਸਾਹਿਬ ਕਈ ਪੱਖਾਂ ਤੋਂ ਵਰਤ ਕੇ ਤੇ ਆਪਣੀ ਗੱਲ ਕਹਿੰਦੇ ਹਨ। ਜੇ ਆਪ ਜੀ ਨੇ ਸ੍ਰੀ ਰਾਗ ਭਾਵ ਜੋ ਪਹਿਲਾ ਰਾਗ ਹੈ ਉਹਦਾ ਪਾਠ ਕੀਤਾ ਹੋਵੇ ਤਾਂ ਉਹਦੇ ਵਿੱਚ ਵੀ ਇਸ ਢੰਗ ਨੂੰ ਗੁਰੂ ਸਾਹਿਬ ਨੇ ਵਰਤਿਆ। ਉਹਦੇ 'ਚ ਇੱਕ ਬਾਣੀ ਆਉਂਦੀ ਹੈ ਪਹਿਰੇ। ਪਹਿਰੇ ਪਹਿਲੇ ਪਾਤਸ਼ਾਹ ਦੇ ਵੀ ਹਨ ਤੇ ਬਾਕੀ ਗੁਰੂ ਸਾਹਿਬਾਨ ਦੇ ਵੀ ਹਨ। ਸੋ ਪਹਿਰਿਆਂ ਨੂੰ ਉਦਾਹਰਣ ਵਜੋਂ ਵਰਤ ਕੇ ਸਤਿਗੁਰੂ ਜੀ ਵਾਰ-ਵਾਰ ਆਪਣੀ ਗੱਲ ਅਲੱਗ-ਅਲੱਗ ਕਿਨਾਰਿਆਂ ਤੋਂ ਕਹਿੰਦੇ ਹਨ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ। ਵਾਰ-ਵਾਰ ਇਸ ਚੀਜ਼ ਨੂੰ ਦੁਹਰਾਉਣਗੇ। ਇਵੇਂ ਹੀ ਜਿਹੜੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਇਹਦੇ 'ਚ ਦੋ ਉਦਾਹਰਨਾਂ ਪਿਛਲੇਰੇ ਦਿਨਾਂ ਤੋਂ ਤੁਸੀਂ ਵਾਰ-ਵਾਰ ਸੁਣ ਰਹੇ ਹੋ। ਇੱਕ ਹੈ ਸੂਹਾ ਰੰਗ, ਇੱਕ ਹੈ ਕੁਸੁੰਬੇ ਦਾ ਰੰਗ। ਲਗਭਗ ਪਿਛਲੇ 15 ਦਿਨਾਂ ਤੋਂ ਅਸੀਂ ਇਹ ਵਿਚਾਰ ਕਰ ਰਹੇ ਹਾਂ। ਜਦੋਂ ਵੀ ਅਸੀਂ ਸ਼ਲੋਕ ਦਾ ਜਾਂ ਪੌੜੀ ਦਾ ਪਾਠ ਕਰਦੇ ਹਾਂ ਤੇ ਉਹਦੇ ਵਿੱਚ ਇਹ ਦੋਵੇਂ ਜਾਂ ਇੱਕ ਉਦਾਹਰਨ ਗੁਰੂ ਸਾਹਿਬ ਵਰਤਦੇ ਹੀ ਵਰਤਦੇ ਹਨ। ਸੋ ਇਹ ਗੁਰੂ ਸਾਹਿਬ ਜੀ ਦਾ ਆਪਣਾ ਢੰਗ ਹੈ, ਇਹ ਉਹਨਾਂ ਦਾ ਲਿਖਣ ਦਾ ਇੱਕ ਆਪਣਾ ਨਜ਼ਰੀਆ ਹੈ, ਇੱਕ ਪੱਖ ਹੈ। ਇਹਦੇ ਬਾਬਤ ਮੈਂ ਇੱਕ ਬਚਨ ਹੋਰ ਤੁਹਾਡੇ ਨਾਲ ਸਾਂਝਾ ਕਰਾਂਗਾ ਅੱਗੇ ਚੱਲ ਕੇ, ਜਦੋਂ ਅਸੀਂ ਸਹਿਸਕ੍ਰਿਤੀ ਸ਼ਲੋਕ ਪੜ੍ਹਦੇ ਹਾਂ। ਤੇ ਸਹਿਸਕ੍ਰਿਤੀ ਸ਼ਲੋਕਾਂ ਤੋਂ ਬਾਅਦ ਇੱਕ ਬਾਣੀ ਆਉਂਦੀ ਹੈ, ਉਹਦੇ ਵਿੱਚ ਇੱਕ ਸ਼ਬਦ ਆਉਂਦਾ ਸੰਮਨ ਤੇ ਮੂਸਨ। ਉਹ ਵਾਰ-ਵਾਰ ਦੁਹਰਾਇਆ ਜਾਂਦਾ ਹੈ, ਵਾਰ-ਵਾਰ। ਪਹਿਲਾਂ ਸੰਮਨ ਆਉਂਦਾ ਹੈ, ਫਿਰ ਮੂਸਣ ਆਉਂਦਾ ਹੈ। ਸੋ ਇਹ ਗੁਰੂ ਸਾਹਿਬ ਜੀ ਦਾ ਆਪਣਾ ਇੱਕ ਢੰਗ ਹੈ, ਉਹ ਕਿਸੇ ਲਫ਼ਜ਼ ਨੂੰ ਵਾਰ-ਵਾਰ ਵਰਤ ਕੇ ਉਹਦੇ ਅਲੱਗ-ਅਲੱਗ ਪੱਖਾਂ ਨੂੰ ਲੈ ਕੇ ਤੇ ਆਪਣੀ ਗੱਲ ਸਾਡੇ ਤੇ ਕਹਿੰਦੇ ਹਨ। ਮੈਂ ਇਸ ਗੱਲ ਦਾ ਜ਼ਿਕਰ ਇਸ ਕਰਕੇ ਕੀਤਾ ਹੈ, ਅਸੀਂ ਇਹ ਨਾ ਸਮਝੀਏ ਕਿ ਸਤਿਗੁਰੂ ਜੀ ਸਾਨੂੰ ਇੱਕ ਅੱਖਰ ਨੂੰ ਵਾਰ-ਵਾਰ ਦੁਹਰਾ ਕੇ ਤੇ ਬੋਰ ਕਰਨਾ ਚਾਹੁੰਦੇ ਹਨ, ਕਿਉਂਕਿ ਮਨੁੱਖੀ ਇਹ ਫਿਤਰਤ ਹੈ, ਇਹ ਸਾਡਾ ਸੁਭਾਅ ਹੈ, ਇਹ ਮੇਰਾ ਸੁਭਾਅ ਹੈ ਕਿ ਅਸੀਂ ਕਿਸੇ ਚੀਜ਼ ਨੂੰ ਜਦੋਂ ਵਾਰ-ਵਾਰ ਸੁਣਦੇ ਆ ਤੇ ਉਸ ਤੋਂ ਉਕਤਾ ਜਾਂਦੇ ਆ। ਪਰ ਬਾਣੀ 'ਚ ਸਤਿਗੁਰੂ ਜੀ ਨੇ ਇਹ ਸਾਨੂੰ ਸਮਝਾਇਆ, ਇਹ ਦੱਸਿਆ। ਉਹਦੇ 'ਚ ਵਾਰ-ਵਾਰ ਗੱਲਾਂ ਦੁਹਰਾਈਆਂ ਜਾਂਦੀਆਂ ਨੇ, ਪਰ ਗੁਰਦੇਵ ਨੇ ਸਿੱਖ ਨੂੰ ਇਹ ਗੱਲ ਕਹੀ ਹੈ, ਇਹ ਸਮਝਾਈ, ਉਹਦੇ ਪੱਲੇ ਪਾਈ ਹੈ, ਤੂੰ ਉਕਤਾ ਨਹੀਂ ਜਾਣਾ। ਇਸ ਬਚਨ ਦੇ ਅਲੱਗ-ਅਲੱਗ ਕਿਨਾਰਿਆਂ ਨੂੰ, ਇਹਦੇ ਅਲੱਗ-ਅਲੱਗ ਬਿੰਦੂਆਂ ਨੂੰ ਤੂੰ ਸਮਝਣ ਦੀ ਕੋਸ਼ਿਸ਼ ਕਰਨੀ। ਅਸੀਂ ਨਾਮ ਦੀ ਗੱਲ ਕਰਦੇ ਹਾਂ, ਗੁਰਬਾਣੀ ਦਾ ਉਹ ਕਿਹੜਾ ਸ਼ਬਦ ਹੈ ਜਿਹਦੇ 'ਚ ਨਾਮ ਦਾ ਜ਼ਿਕਰ ਨਹੀਂ? ਹਰ ਇੱਕ ਸ਼ਬਦ ਵਿੱਚ ਨਾਮ 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 ਦਾ ਜ਼ਿਕਰ ਆਏਗਾ। ਕਿ ਅਸੀਂ ਉਕਤਾ ਜਾਣਾ ਨਹੀਂ, ਇਹ ਗੁਰੂ ਦਾ ਆਪਣਾ ਇੱਕ ਵਿਲੱਖਣ ਢੰਗ ਹੈ। ਗੁਰਦੇਵ ਜਿਸ ਗੱਲ ਤੇ ਜ਼ੋਰ ਦਿੰਦੇ ਨੇ ਉਸ ਗੱਲ ਨੂੰ ਵਾਰ-ਵਾਰ ਲਿਖਦੇ ਨੇ। ਅੱਗੇ ਵੀ ਮੈਂ ਇਹ ਨੁਕਤਾ ਕਈ ਵਾਰ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਤੁਸੀਂ ਦੇਖਿਓ, ਜਿਸ ਗੱਲ ਤੇ ਗੁਰਦੇਵ ਜ਼ਿਆਦਾ ਜ਼ੋਰ ਦੇਣਗੇ, ਹਾਲਾਂਕਿ ਗੁਰੂ ਦੀਆਂ ਸਾਰੀਆਂ ਗੱਲਾਂ ਜ਼ੋਰ ਵਾਲੀਆਂ ਨੇ, ਬਲ ਵਾਲੀਆਂ ਨੇ, ਪਰ ਉਹਨਾਂ ਸਾਰੀਆਂ ਬਲ ਵਾਲੀਆਂ ਗੱਲਾਂ 'ਚੋਂ ਜਿਸ ਗੱਲ ਤੇ ਉਹ ਜ਼ਿਆਦਾ ਬਲ ਦਿੰਦੇ ਨੇ ਉਹਨੂੰ ਕਈ ਵਾਰ ਉਹ ਦੋ ਜਾਂ ਤਿੰਨ ਜਾਂ 4 ਵਾਰ ਲਿਖਦੇ ਨੇ। ਮੈਂ ਕੁਝ ਬਚਨ ਉਦਾਹਰਨ ਵਜੋਂ ਸਾਂਝੇ ਕਰਾਂਗਾ। ਜਿਵੇਂ ਅਸੀਂ ਸ਼ਾਮ ਦਾ ਪਾਠ ਕਰਦੇ ਹਾਂ, ਉਹਦੇ 'ਚ 2 ਸੰਕਲਪ ਆਉਂਦੇ ਨੇ। ਇੱਕ ਹੁੰਦਾ ਹੈ ਸਤ ਸੰਗਤ ਦਾ ਤੇ ਇੱਕ ਹੁੰਦਾ ਹੈ ਸਤ ਸੰਗਤ ਤੋਂ ਟੁੱਟੇ ਹੋਏ ਦਾ। ਜਦੋਂ ਸਤ ਸੰਗਤ ਦਾ ਸੰਕਲਪ ਆਉਂਦਾ ਤੇ ਗੁਰਦੇਵ ਕਹਿੰਦੇ ਨੇ ਧੰਨ ਧੰਨ ਸਤ ਸੰਗਤ। 2 ਵਾਰ ਇਹ ਸ਼ਬਦ ਨੂੰ ਵਰਤਿਆ। ਇਹਦਾ ਭਾਵ ਹੈ ਗੁਰਦੇਵ ਇਹਦੇ ਤੇ ਜ਼ੋਰ ਦੇ ਰਹੇ। ਧੰਤਾ ਯੋਗ ਹੈ, ਧੰਤਾ ਯੋਗ ਹੈ ਉਹ ਸਤ ਸੰਗਤ। ਕਿਹੜੀ? ਜਿਤ ਹਰ ਰਸ ਪਾਇਆ। ਜਿਸ ਸਤ ਸੰਗਤ ਵਿੱਚੋਂ ਮੈਨੂੰ ਰੱਬ ਦੇ ਰਸ ਦਾ ਆਨੰਦ ਮਾਣਿਆ ਗਿਆ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ
ਪ੍ਰਗਾਸ ਤੇ ਮੇਰੇ ਅੰਦਰ ਐਸੀ ਸਤ ਸੰਗਤ ਨੂੰ ਮਿਲ ਕੇ ਨਾਮ ਦਾ ਪ੍ਰਗਾਸ ਹੋਇਆ। ਇਹੋ ਜੀ ਸੰਗਤ ਧਨ ਹੈ, ਧਨਤਾ ਯੋਗ ਹੈ। ਜ਼ੋਰ ਦਿੱਤਾ ਗਿਆ ਕਿਉਂਕਿ ਸਾਰਾ ਕੁਝ ਸੰਗਤ ਚੋਂ ਹੀ ਮਿਲਿਆ, ਸਤ ਸੰਗਤ ਚੋਂ ਮਿਲਿਆ। ਇੱਕ ਸੰਕਲਪ ਉਹਦੇ 'ਚ ਹੈ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧ੍ਰਿਗ ਜੀਵੈ ਧ੍ਰਿਗ ਜੀਵਾਸ। 2 ਵਾਰ ਸ਼ਬਦ ਵਰਤਿਆ, ਧ੍ਰਿਗ ਜੀਵੈ ਧ੍ਰਿਗ ਜੀਵਾਸ। ਧ੍ਰਿਗ ਦਾ ਮਤਲਬ ਲਾਹਣਤ ਯੋਗ ਹੈ, ਧਰਕਾਰ ਯੋਗ ਹੈ। ਗੁਰਦੇਵ ਕਹਿੰਦੇ ਜੋ ਗੁਰੂ ਦੀ ਸਤ ਸੰਗਤ 'ਚ ਨਹੀਂ ਆਏ ਉਹ ਲਾਹਣਤ ਯੋਗ ਹੈ। ਸੋ ਇਸ ਗੱਲ ਤੇ ਗੁਰਦੇਵ ਜ਼ੋਰ ਦੇ ਰਹੇ ਨੇ, ਤਾਂ ਹੀ ਇਹਨੂੰ ਵਾਰ-ਵਾਰ ਲਿਖਦੇ ਨੇ। ਇੱਕ ਬਚਨ ਹੋਰ ਸਾਂਝਾ ਕਰਨਾ। ਗੁਰਦੇਵ ਕਹਿੰਦੇ ਖੂਬ 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 ਤੇਰੋ ਨਾਮ। 3 ਵਾਰ ਸ਼ਬਦ ਵਰਤਿਆ, ਖੂਬ 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 ਤੇਰੋ ਨਾਮ। ਝੂਠ 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 ਦੁਨੀ ਗੁਮਾਨ। ਦੁਨੀ ਗੁਮਾਨ ਦਾ ਮਤਲਬ ਹੈ ਦੁਨੀਆ ਦਾ ਗੁਮਾਨ, ਅਹੰਕਾਰ। ਦੁਨੀ ਅਹੰਕਾਰ ਝੂਠ ਹੈ, ਝੂਠ ਹੈ, ਝੂਠ ਹੈ। ਖੂਬ, ਖੂਬ ਦਾ ਮਤਲਬ ਖੂਬਸੂਰਤ ਹੈ, ਧਨਤਾ ਯੋਗ ਹੈ, ਵਡਿਆਉਣ ਯੋਗ ਹੈ। ਖੂਬ 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 ਤੇਰੋ ਨਾਮ। ਸੋ ਇਹ ਨਜ਼ਰੀਆ ਮੈਂ ਇਸ ਕਰਕੇ ਤੁਹਾਡੇ ਸਾਹਮਣੇ ਰੱਖਿਆ ਹੈ। ਅਸੀਂ ਬਾਣੀ ਦਾ ਪਾਠ ਕਰਦੇ ਹਾਂ ਤੇ ਜਦੋਂ ਬਾਣੀ ਦਾ ਪਾਠ ਕਰਦੇ ਆ, ਇਸ ਤਰ੍ਹਾਂ ਦੇ ਬਚਨ ਹੋਣ ਜਿਨ੍ਹਾਂ ਨੂੰ ਵਾਰ-ਵਾਰ ਦੁਹਰਾ ਰਹੇ ਨੇ ਗੁਰਦੇਵ, ਉਦੋਂ ਸਮਝ ਲਓ ਸਾਨੂੰ ਜ਼ੋਰ ਦੇ ਰਹੇ ਨੇ, ਸਾਡੇ ਤੇ ਜ਼ੋਰ ਦੇ ਰਹੇ ਨੇ। ਸਿੱਖਾ ਇਸ ਗੱਲ ਵੱਲ ਧਿਆਨ ਦੇ, ਇੱਧਰ ਆਪਣਾ ਧਿਆਨ ਖਿੱਚ। ਗੁਰੂ ਦਾ ਭਾਵ ਇਹ ਹੈ, ਉੱਥੇ ਗੁਰੂ ਦੇ ਬਚਨ ਦਾ ਭਾਵ ਉੱਥੇ ਇਹ ਹੈ। ਉੱਥੇ ਆ ਭਾਵ ਨਹੀਂ ਕਿ ਅਸੀਂ ਸਿਰ ਮਾਰ ਕੇ ਅਗਾਂਹ ਲੰਘ ਜਾਣਾ, ਨਹੀਂ, ਉਸ ਭਾਵ ਨੂੰ ਆਪਣੇ ਅੰਦਰ ਉਤਾਰਨਾ। ਸੋ ਇਸ ਕਰਕੇ ਮੈਂ ਬਚਨ ਸਾਂਝਾ ਕੀਤਾ, ਕਿਉਂਕਿ ਹਰ ਰੋਜ਼ ਸੂਹੇ ਰੰਗ ਦਾ ਜ਼ਿਕਰ ਆ ਰਿਹਾ ਹੈ। ਤੋ ਇਹ ਬਾਣੀ ਦਾ ਇੱਕ ਖਾਸ ਢੰਗ ਹੈ ਜਿਹਨੂੰ ਸਾਨੂੰ ਪ੍ਰਵਾਨ ਕਰਨਾ ਹੀ ਪਏਗਾ ਕਿ ਇਹਨਾਂ ਲਫ਼ਜ਼ਾਂ ਨੂੰ ਵਾਰ-ਵਾਰ ਸੁਣਨਾ ਪਏਗਾ ਤੇ ਆਪਣੇ ਅੰਦਰ ਉਤਾਰਨਾ ਪਏਗਾ। ਇਹ ਉਸ ਤਰ੍ਹਾਂ ਹੀ ਹੈ ਜਿਵੇਂ ਪੱਥਰ ਤੇ ਰੱਸੀ ਵਾਰ-ਵਾਰ ਘਿਸਰਦੀ ਹੈ ਤੇ ਦਾਗ ਪਾ ਜਾਂਦੀ ਹੈ, ਆਪਣੇ ਨਿਸ਼ਾਨ ਛੱਡ ਜਾਂਦੀ ਹੈ। ਇਹ ਉਸ ਤਰ੍ਹਾਂ ਹੀ ਹੈ। ਇਹ ਉਹੀ ਪ੍ਰਕਿਰਿਆ ਹੈ ਜੋ ਬੂੰਦ-ਬੂੰਦ ਕਰਕੇ ਸਾਗਰ ਭਰਦਾ ਹੈ। ਇਹ ਉਹੀ ਪ੍ਰਕਿਰਿਆ ਹੈ। ਟਿਪ-ਟਿਪ ਬੂੰਦ ਜਿਹੜੀ ਹੈ ਉਹ ਵੱਡੀਆਂ-ਵੱਡੀਆਂ ਚੀਜ਼ਾਂ ਨੂੰ ਸਿਮਣ ਲਾ ਦਿੰਦੀ ਹੈ। ਇਹ ਉਹੀ ਪ੍ਰਕਿਰਿਆ ਹੈ। ਇਹ ਕੁਦਰਤ ਦੀ ਉਹੀ ਪ੍ਰਕਿਰਿਆ ਜੋ ਧੀਰੇ-ਧੀਰੇ ਸਹਿਜ ਵਿੱਚ ਚੱਲਦੀ ਹੈ ਤੇ ਚੱਲਦੀ-ਚੱਲਦੀ ਵੱਡੇ ਨਿਸ਼ਾਨ ਛੱਡ ਜਾਂਦੀ ਹੈ। ਇਵੇਂ ਗੁਰਦੇਵ ਜਦੋਂ ਵਾਰ-ਵਾਰ ਗੱਲਾਂ ਨੂੰ ਦੁਹਰਾਉਂਦੇ ਨੇ, ਵਾਰ-ਵਾਰ ਉਹ ਰਿਪੀਟ ਕਰਦੇ ਨੇ, ਤੇ ਉਹਨਾਂ ਦਾ ਭਾਵ ਹੈ ਇਹ ਗੱਲਾਂ ਸਾਡੇ ਅੰਦਰ ਉਤਰ ਜਾਣ, ਮੇਰੇ ਇਸ ਹਿਰਦੇ ਤੇ ਉਕਰੀਆਂ ਜਾਣ, ਲਿਖੀਆਂ ਜਾਣ। ਗੁਰੂ ਦਾ ਭਾਵ ਇਹ ਹੈ, ਗੁਰੂ ਦਾ ਭਾਵ ਸਾਨੂੰ ਬੋਰ ਕਰਨਾ ਨਹੀਂ। ਗੁਰੂ ਦਾ ਭਾਵ, ਕਿਉਂਕਿ ਜਿਸ ਸਮੇਂ 'ਚ ਅਸੀਂ ਜੀ ਰਹੇ ਹਾਂ, ਇਸ ਸਮੇਂ ਦੇ ਵਿੱਚ ਇਹ ਖਾਸ ਸੁਭਾਅ ਹੈ। ਜਿਸ ਇਲੈਕਟ੍ਰੋਨਿਕ ਸਮੇਂ 'ਚ ਅਸੀਂ ਜੀ ਰਹੇ ਹਾਂ, ਇਹਦੇ 'ਚ ਇੱਕ ਖਾਸ ਸੁਭਾਅ ਬੰਦੇ ਦਾ ਬਣ ਗਿਆ। ਉਹ ਹਰ ਸੈਕਿੰਡ ਬਾਅਦ ਇੱਕ ਨਵੀਂ ਚੀਜ਼ ਚਾਹੁੰਦਾ ਹੈ, ਉਹ ਨਵੀਂ ਚੀਜ਼ ਦੇਖਣੀ ਚਾਹੁੰਦਾ ਹੈ, ਨਵੀਂ ਚੀਜ਼ ਸੁਣਨੀ ਚਾਹੁੰਦਾ ਹੈ। ਇਹਦੇ 'ਚੋਂ ਕੁਝ ਚੰਗਾ ਵੀ ਹੋ ਰਿਹਾ ਤੇ ਇਹਦੇ 'ਚੋਂ ਬਹੁਤ ਬੁਰਾਈਆਂ ਵੀ ਪੈਦਾ ਹੋ ਰਹੀਆਂ ਨੇ। ਇਸ ਬੰਦੇ ਦੇ ਸੁਭਾਅ ਨੇ ਬੁਰਾਈਆਂ ਵੀ ਬਹੁਤ ਪੈਦਾ ਕੀਤੀਆਂ ਨੇ, ਪਰਦਾ ਕੋਈ ਰਹਿ ਨਹੀਂ ਦਿੱਤਾ। ਬੰਦੇ ਦੀ ਨਿੱਜੀ ਜ਼ਿੰਦਗੀ ਤੇ ਕੋਈ ਪਰਦਾ ਨਹੀਂ, ਉਹਨੇ ਹਰ ਇੱਕ ਪਰਦੇ ਨੂੰ ਫੋੜ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਹੈ ਵੇਖਣ ਦੇ ਲਈ। ਅਸੀਂ ਇਲੈਕਟ੍ਰੋਨਿਕ ਮੀਡੀਆ 'ਚ ਬੰਦੇ ਦਾ ਖਾਸ ਸੁਭਾਅ ਦੇਖ ਰਹੇ ਹਾਂ। ਇਸੇ ਕਰਕੇ ਬੰਦੇ ਬਾਣੀ ਨਾ ਸੁਣਨ ਦੇ ਕਈ ਕਾਰਨ ਨੇ। ਉਹਨਾਂ 'ਚੋਂ ਇੱਕ ਕਾਰਨ ਇਹ ਵੀ ਹੈ ਕਿ ਜਿਸ ਦੌਰ 'ਚ ਅਸੀਂ ਜੀ ਰਹੇ ਹਾਂ, ਇਸ ਦੌਰ 'ਚ ਬੰਦਾ ਹਰ ਸਮੇਂ, ਹਰ ਪਲ ਬਾਅਦ ਨਵੀਂ ਚੀਜ਼ ਚਾਹੁੰਦਾ ਹੈ, ਵੇਖਣੀ ਤੇ ਸੁਣਨੀ। ਹੁਣ ਬਾਣੀ 'ਚ ਗੱਲਾਂ ਵਾਰ-ਵਾਰ ਉਹੀ ਆਉਂਦੀਆਂ ਨੇ, ਵਾਰ-ਵਾਰ ਉਹਨਾਂ ਗੱਲਾਂ ਨੂੰ ਗੁਰੂ ਦੁਹਰਾਉਂਦੇ ਨੇ, ਕਦੀ ਕਿਸੇ ਪੱਖ ਤੋਂ ਕਿਸੇ ਪੱਖ ਤੋਂ। ਇਸੇ ਕਰਕੇ ਸੁਣਨ ਵਾਲੇ ਸਰੋਤੇ ਨੂੰ ਲੱਗਦਾ ਇਹ ਤੇ ਉਹੀ ਗੱਲ ਹੈ, ਤੇ ਪਹਿਲਾਂ ਵੀ ਸੁਣੀ, ਮਹਿਸੂਸ ਹੁੰਦਾ। ਇਸ ਕਰਕੇ ਉਹਦਾ ਮਨ ਉਕਤਾ ਜਾਂਦਾ ਹੈ, ਪਰ ਨਹੀਂ, ਗੁਰੂ ਦੀ ਉਹੀ ਗੱਲ ਹੈ। ਪਰ ਜਦੋਂ ਹਿਰਦੇ 'ਚ ਉਕਰੀ ਜਾਂਦੀ ਹੈ ਤੇ ਉਕਰਨ ਤੋਂ ਬਾਅਦ ਉਹਦੇ ਵਿੱਚੋਂ ਬੀਜ ਇੱਕ ਹੀ ਹੁੰਦਾ ਹੈ, ਪਰ ਇੱਕ ਬੀਜ ਵਿੱਚੋਂ ਪੈਦਾ ਹੋਣ ਵਾਲੇ ਰੁੱਖ ਦੀਆਂ ਡਾਹਣੀਆਂ ਇੱਕ ਨਹੀਂ ਹੁੰਦੀਆਂ, ਉਹਦੇ 'ਚੋਂ ਇੱਕ ਬਹੁਤ ਵੱਡਾ ਰੁੱਖ ਨਿਕਲਦਾ ਹੈ। ਇਹੋ ਹੀ ਹੈ, ਗੁਰੂ ਦਾ ਸ਼ਬਦ ਇੱਕ ਬੀਜ ਹੈ।
ਜਦੋਂ ਇਹ ਬੀਜਿਆ ਜਾਂਦਾ ਹੈ ਤੇ ਇਹਦੇ ਚੋਂ ਕੋਈ ਇੱਕ ਚੀਜ਼ ਨਹੀਂ, ਇਹਦੇ ਚੋਂ ਬਹੁਤ ਚੀਜ਼ਾਂ ਸਾਡੇ ਅੰਦਰੋਂ ਪੈਦਾ ਹੋਣਗੀਆਂ ਜਿਨ੍ਹਾਂ ਦਾ ਸਾਨੂੰ ਅਹਿਸਾਸ ਹੀ ਨਹੀਂ, ਜੋ ਅਸੀਂ ਕਿਆਸ ਨਹੀਂ ਕਰ ਸਕਦੇ ਉਹ ਹੀ ਸਾਡੇ ਅੰਦਰੋਂ ਪੈਦਾ ਹੋਏਗਾ। ਖੈਰ, ਗੁਰੂ ਕਿਰਪਾ ਕਰੇ, ਅੱਜ ਫੇਰ ਜ਼ਿਕਰ ਆਇਆ। ਕੱਲ ਅਸੀਂ ਵਿਚਾਰਿਆ ਸੀ ਮਨਮੁਖ ਦੇ ਬਾਰੇ। ਮਨਮੁਖ ਦੀਆਂ ਕੁਝ ਖਾਸ ਗੱਲਾਂ ਗੁਰੂ ਨੇ ਕੱਲ ਦਸੀਆਂ ਸਨ ਕਿ ਆਹ ਮਨਮੁਖ ਦੇ ਅੰਦਰ ਕੁਝ ਖਾਸ ਹੈ। ਅੱਜ ਗੁਰਦੇਵ ਉਸੇ ਮਨਮੁਖ ਨੂੰ ਆਖ ਰਹੇ ਨੇ, ਭਾਈ ਇਹਨਾਂ ਗੱਲਾਂ ਨੂੰ ਛੱਡ, ਇਹਨਾਂ ਅਵਗੁਣਾਂ ਨੂੰ ਛੱਡ ਕੇ ਤੇ ਆ ਇਸ ਪਾਸੇ ਆ, ਕੁਝ ਚੰਗੀਆਂ ਚੀਜ਼ਾਂ ਤੈਨੂੰ ਮੈਂ ਦੇ ਰਿਹਾ। ਸੋ ਅੱਜ ਦੇ ਸ਼ਲੋਕ ਵਿੱਚ ਗੁਰਦੇਵ ਮਨਮੁਖ ਨੂੰ ਇੱਕ ਟਕੋਰ ਲਾ ਰਹੇ ਨੇ। ਉਦਾਹਰਣ ਫੇਰ ਉਹਨਾਂ ਨੇ ਸੂਏ ਵੇਸ ਦੀ ਲਈ ਹੈ ਤੇ ਔਰਤ ਦੀ ਲਈ ਹੈ। ਗੱਲ ਮਨਮੁਖ ਦੀ ਹੈ। ਕੀ ਕਹਿੰਦੇ ਨੇ, ਆਓ ਧਿਆਨ ਦੇਣਾ। ਸੂਹੀਐ ਸੂਹਾ ਵੇਸ ਛੱਡ ਤੂੰ, ਤਾਂ ਫਿਰ ਲੱਗੀ ਪਿਆਰ। ਸੂਹੀਏ ਦਾ ਭਾਵ ਹੈ ਸੋਹਣੇ ਰੰਗ ਵਾਲੀਏ, ਭਾਵ ਜਿਹਦੀ ਬਾਹਰੀ ਦਿੱਖ ਬੜੀ ਚੰਗੀ ਹੈ। ਇਹ ਸ਼ਬਦ ਵੈਸੇ ਔਰਤ ਲਈ ਵਰਤਿਆ ਜਾਂਦਾ ਹੈ, ਪਰ ਅਸੀਂ ਸਮਝਣਾ ਗੁਰਦੇਵ ਨੇ ਇੱਥੇ ਪੌੜੀ ਵਿੱਚ ਮਨਮੁਖ ਦੀ ਗੱਲ ਕੀਤੀ ਹੈ। ਇੱਥੇ ਇਹਦਾ ਭਾਵ ਅਸੀਂ ਮਨਮੁਖ ਹੀ ਕਰਾਂਗੇ, ਕਿਉਂਕਿ ਇੱਕ ਖਾਸ ਵਿਸ਼ਾ ਚੱਲ ਰਿਹਾ, ਇੱਕ ਲੜੀ ਚੱਲ ਰਹੀ ਹੈ। ਸੋ ਗੁਰਦੇਵ ਕਹਿੰਦੇ ਨੇ, ਹੇ ਮਨਮੁਖ ਔਰਤੇ, ਜੋ ਤੂੰ ਸੂਹਾ ਵੇਸ ਧਾਰਨ ਕੀਤਾ ਨਾ, ਇਹਨੂੰ ਛੱਡ ਦੇ। ਸੂਹੀਏ ਸੂਹਾ ਵੇਸ ਛੱਡ ਤੂੰ, ਤਾਂ ਫਿਰ ਲੱਗੀ ਪਿਆਰ। ਤੂੰ ਵੇਸ ਦਾ ਭਾਵ ਹੈ ਬਾਹਰੀ ਦਿੱਖ, ਜੋ ਤੂੰ ਆਪਣੀ ਬਾਹਰੀ ਦਿੱਖ ਬਣਾਈ ਹੋਈ ਹੈ, ਇਸ ਦਿੱਖ ਨੂੰ ਛੱਡ ਦੇ। ਭਾਵ ਬਾਹਰੀ ਪਹਿਰਾਵੇ ਨੂੰ ਤਿਆਗ, ਤੇ ਪਹਿਰਾਵੇ ਨੂੰ ਤਿਆਗ ਦੇਂਗੀ ਤਾਂ ਹੀ ਤੇਰੇ ਪਤੀ ਦੇ ਨਾਲ ਪਿਆਰ ਪਏਗਾ। ਭਾਵ ਇਹ ਸਾਡੇ ਘਰ ਦੀ ਇੱਕ ਉਦਾਹਰਣ ਹੈ ਕਿ ਜਿਵੇਂ ਔਰਤ ਸਾਰੀ ਦਿਹਾੜੀ ਸ਼ਿੰਗਾਰ ਕਰੇ, ਉਹ ਸਾਰਾ ਜ਼ੋਰ ਆਪਣੇ ਸ਼ਿੰਗਾਰ ਤੇ ਹੀ ਲਾ ਦੇ, ਪਰ ਘਰ ਦਾ ਕੋਈ ਕਾਜ ਨਾ ਕਰੇ, ਨਾ ਬੱਚਿਆਂ ਨੂੰ ਸੰਭਾਲੇ, ਨਾ ਪਤੀ ਨੂੰ ਸੰਭਾਲੇ, ਨਾ ਘਰ ਨੂੰ ਸੰਭਾਲੇ, ਨਾ ਰੋਟੀ ਟੋਕ ਕਰੇ। ਆਪ ਅੰਦਾਜ਼ਾ ਲਾ ਲਓ ਉਹਦਾ ਪਤੀ ਉਹਨੂੰ ਕਿੰਨਾ ਕੁ ਪਿਆਰ ਕਰੇਗਾ। ਕਿੰਨੇ ਕੁ ਦਿਨ ਐਵੇਂ ਚੱਲੇਗਾ? ਨਹੀਂ ਚੱਲ ਸਕਦਾ। ਬਹੁਤੇ ਦਿਨ ਐਸੇ ਪਰਿਵਾਰ ਨਹੀਂ ਚੱਲ ਸਕਦੇ। ਇਸ ਉਦਾਹਰਨ ਨੂੰ ਗੁਰਦੇਵ ਇੱਥੇ ਕਹਿੰਦੇ ਮਨਮੁਖ ਦਾ ਵੀ ਕੁਝ ਇਸ ਤਰ੍ਹਾਂ ਦਾ ਹੀ ਹਾਲ ਹੈ। ਉਹ ਵੇਸ ਤੇ ਜ਼ੋਰ ਦਿੰਦਾ, ਬਾਹਰੀ ਦਿੱਖ ਤੇ ਜ਼ੋਰ ਦਿੰਦਾ ਹੈ। ਗੁਰਦੇਵ ਕਹਿੰਦੇ ਜਿਵੇਂ ਇੱਕ ਔਰਤ ਬਾਹਰੀ ਦਿੱਖ ਤੇ ਜ਼ੋਰ ਦੇ ਰਹੀ ਹੈ, ਨਾ ਬੱਚਿਆਂ ਨੂੰ ਸੰਭਾਲਦੀ ਹੈ, ਨਾ ਪਰਿਵਾਰ ਨੂੰ ਸੰਭਾਲਦੀ, ਨਾ ਘਰ ਨੂੰ ਸੰਭਾਲਦੀ, ਨਾ ਰੋਟੀ ਟੁੱਕ ਕਰਦੀ ਹੈ, ਉਹਦਾ ਪਤੀ ਨਾਲ ਪਿਆਰ ਜ਼ਿਆਦਾ ਦੇਰ ਨਿਭ ਨਹੀਂ ਸਕਦਾ, ਇੱਕ ਦਿਨ ਵਿਛੋੜਾ ਪੈ ਜਾਏਗਾ। ਗੁਰਦੇਵ ਕਹਿੰਦੇ ਉਸੇ ਤਰ੍ਹਾਂ ਮਨਮੁਖ ਹੈ, ਬਾਹਰੀ ਪਹਿਰਾਵੇ ਤੇ ਜ਼ੋਰ ਦੇ ਰਿਹਾ, ਵੇਸ ਤੇ ਜ਼ੋਰ ਦੇ ਰਿਹਾ, ਇਹਦੇ ਅੰਦਰ ਕੁਝ ਨਹੀਂ ਹੈ। ਇਸੇ ਕਰਕੇ ਗੁਰਦੇਵ ਮਨਮੁਖ ਨੂੰ ਕਹਿੰਦੇ ਸੂਹੀਏ ਸੂਹਾ ਵੇਸ ਛੱਡ ਤੂੰ, ਤਾਂ ਫਿਰ ਲੱਗੀ ਪਿਆਰ। ਤਾਂ ਹੀ ਤੇਰਾ ਪਤੀ ਨਾਲ ਪਿਆਰ ਲੱਗੇਗਾ। ਜਦੋਂ ਤੂੰ ਆਪਣੇ ਆਪ ਤੋਂ ਵੇਲ ਲੈ ਕੇ ਤੇ ਪਤੀ ਦੇ ਵੱਲ ਧਿਆਨ ਦੇਂਗੀ, ਘਰ ਵੱਲ ਧਿਆਨ ਦੇਂਗੀ, ਇਹਨੂੰ ਕਹਿੰਦੇ ਆਪਾ ਤਿਆਗ। ਇਹਨੂੰ ਕਹਿੰਦੇ ਆਪਣੇ ਆਪ ਤੋਂ ਤਿਆਗ ਕੇ ਤੇ ਦੂਜਾ ਪੱਖ ਰੱਖ, ਦੂਜੇ ਵੱਲ, ਪਰ ਸਵਾਰਥ ਦੀ ਭਾਵਨਾ ਲੈ ਕੇ ਆ। ਸਾਰੀ ਦਿਹਾੜੀ ਆਪਣੇ ਵੱਲ ਨਹੀਂ ਨਾ ਵੇਖੀ ਜਾ ਸੀਸੇ ਮੂਹਰੇ ਖੜ ਕੇ, ਪਰ ਸਵਾਰਥ ਦੀ ਭਾਵਨਾ ਅੰਦਰ ਪੈਦਾ ਕਰੇਦਾ। ਇਹਦਾ ਗੋਝ ਭਾਵ ਇਹ ਵੀ ਹੈ ਕਿ ਇਕੱਲਾ ਆਪਣੇ ਬਾਰੇ ਨਾ ਸੋਚ, ਤੂੰ ਦੂਜੇ ਬਾਰੇ ਵੀ ਸੋਚ। ਜਦੋਂ ਮੈਂ ਇਤਿਹਾਸ ਪੜ੍ਹਦਾ ਹਾਂ ਤੇ ਇਹ ਗੱਲ ਸਾਡੇ ਬਜ਼ੁਰਗਾਂ ਵਿੱਚ ਕਿੰਨੀ ਕੁ ਵਸੀ ਹੋਈ ਸੀ, ਸ਼ਾਇਦ ਉਸ ਨੂੰ ਕਿਲੋਆਂ ਕੀ ਕੁਇੰਟਲਾਂ ਦੇ ਵਿੱਚ ਵੀ ਤੋਲਿਆ ਨਹੀਂ ਜਾ ਸਕਦਾ। ਮੈਂ ਇੱਕ ਗੱਲ ਸਾਂਝੀ ਕਰਨ ਲੱਗਾ ਸਾਡੇ ਇਤਿਹਾਸ ਦੀ। ਇਹ ਉਹ ਦਿਨ ਸਨ ਜਿਨ੍ਹਾਂ ਦਿਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋ ਗਏ। ਉਹਨਾਂ ਤੋਂ ਬਾਅਦ ਭਾਈ ਤਾਰਾ ਸਿੰਘ ਵਾਂ ਪਿੰਡ ਵਾਲੇ ਵੀ ਸ਼ਹੀਦ ਹੋ ਗਏ। ਸਿੱਖਾਂ ਤੇ ਇੱਕ ਬੁਰਾ ਸਮਾਂ ਸੀ, ਉਹਨਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸਨ। ਸਿੱਖਾਂ ਨੇ ਦਰਬਾਰ ਸਾਹਿਬ ਦੇ ਅੰਦਰ ਇਕੱਠ ਕੀਤਾ ਤੇ ਉਸ ਇਕੱਠ ਵਿੱਚ ਦੋ ਫੈਸਲੇ ਕੀਤੇ। ਇੱਕ ਫੈਸਲਾ ਇਹ ਸੀਗਾ ਕਿ ਆਪਾਂ ਸਰਕਾਰੀ ਖਜ਼ਾਨਾ ਲੁੱਟੀਏ, ਤੇ ਦੂਜਾ ਫੈਸਲਾ ਇਹ ਸੀਗਾ ਕਿ ਜੋ ਸਿੱਖਾਂ ਦੀ ਮੁਖਬਰੀ ਕਰਦੇ ਨੇ ਉਹਨਾਂ ਮੁਖਬਰਾਂ ਨੂੰ ਸੋਧੀਏ। ਇਹਨਾਂ ਦੋਵਾਂ ਫੈਸਲਿਆਂ ਤੇ ਸਿੱਖਾਂ ਦੇ ਜਥਿਆਂ ਨੇ, ਜਿਹਨੂੰ ਆਪਾਂ ਦਲ ਖਾਲਸਾ ਕਹਿੰਦੇ ਆ, ਜੋ ਬਾਅਦਾਂ ਦੇ ਵਿੱਚ ਤਰਨਾ ਦਲ ਤੇ ਬੁੱਢਾ ਦਲ ਦੇ ਵਿੱਚ ਬਦਲਿਆ,
ਉਹਦੇ ਜਥੇਦਾਰ ਨੇ ਮੋਹਰ ਲਾਈ, ਜਥੇਦਾਰ ਦਰਬਾਰਾ ਸਿੰਘ ਨੇ। ਕਹਿੰਦੇ ਆਪਾਂ ਇਉਂ ਹੀ ਕਰਾਂਗੇ। ਸਿੱਖਾਂ ਨੇ ਜੋ ਵੀ ਖਜ਼ਾਨਾ ਦਿੱਲੀ ਤੋਂ ਲਾਹੌਰ ਜਾਂਦਾ ਜਾਂ ਲਾਹੌਰੋਂ ਦਿੱਲੀ ਜਾਂਦਾ, ਲਾਹੌਰੋਂ ਚੱਲਿਆ ਦਿੱਲੀ ਨਾ ਪਹੁੰਚਣ ਦਿੱਤਾ ਤੇ ਦਿੱਲੀੋਂ ਚੱਲਿਆ ਲਾਹੌਰ ਨਾ ਪਹੁੰਚਣ ਦਿੱਤਾ। ਇਹਨਾਂ ਦਿਨਾਂ ਦੇ ਵਿੱਚ ਇੱਕ ਸੇਠ ਜਿਹਨੇ ਸਰਕਾਰ ਦੇ ਨਾਲ ਕੋਈ ਵਾਅਦਾ ਕੀਤਾ ਸੀ ਕੱਪੜੇ ਕੀਮਤੀ, ਦੁਸ਼ਾਲੇ ਕੀਮਤੀ ਦੇਣ ਦਾ, ਉਹਦਾ ਇੱਕ ਟਾਂਡਾ ਲੰਘਿਆ। ਸਿੱਖਾਂ ਨੂੰ ਜਦੋਂ ਖਬਰ ਲੱਗੀ ਤਾਂ ਉਹਨਾਂ ਨੇ ਉਹ ਟਾਂਡਾ ਵੀ ਲੁੱਟ ਲਿਆ, ਖੋਹ ਲਿਆ ਉਹਦੇ ਕੋਲ ਤੇ ਆਪਣੇ ਟਿਕਾਣੇ ਤੇ ਲੈ ਆਏ। ਜਦੋਂ ਆਪਣੇ ਟਿਕਾਣੇ ਤੇ ਲੈ ਆਏ, ਸਾਰੀ ਚੀਜ਼ ਆਪਣੇ ਜਥੇਦਾਰ ਦੇ ਸਾਹਮਣੇ ਰੱਖੀ ਤਾਂ ਵਿੱਚੋਂ ਕਿਸੇ ਸੱਜਣ ਨੇ ਦੱਸਿਆ ਕਿ ਇਹ ਜੋ ਮਾਲ ਅਸੀਂ ਲੁੱਟਿਆ ਹੈ, ਭਾਵ ਜੋ ਮਾਲ ਅਸੀਂ ਖੋਹ ਕੇ ਲਿਆਏ, ਜਿਹਨੂੰ ਅਸੀਂ ਸਰਕਾਰੀ ਸਮਝ ਰਹੇ ਹਾਂ, ਇਹ ਸਰਕਾਰੀ ਨਹੀਂ, ਇਹ ਪੰਜਾਬ ਦੇ ਇੱਕ ਵਪਾਰੀ ਦਾ ਹੈ ਤੇ ਉਸ ਵਪਾਰੀ ਨੇ ਅਜੇ ਸਰਕਾਰ ਕੋਲੋਂ ਪੈਸੇ ਲੈਣੇ ਨੇ। ਇਹ ਅਸੀਂ ਠੀਕ ਨਹੀਂ ਕੀਤਾ। ਜਦੋਂ ਇਹ ਸਾਰੀ ਚਰਚਾ ਚੱਲੀ, ਜਦੋਂ ਇਹ ਸਾਰਾ ਕੁਝ ਚੱਲਿਆ ਤਾਂ ਸਰਦਾਰ ਦਰਬਾਰਾ ਸਿੰਘ ਤੇ ਉੱਥੇ ਬੈਠੇ ਸਿੱਖਾਂ ਨੇ ਫੈਸਲਾ ਕੀਤਾ, ਨਾ ਭਾਈ, ਅਸੀਂ ਇਹ ਅਹਿਦ ਨਹੀਂ ਕੀਤਾ ਸੀ। ਅਸੀਂ ਗੁਰੂ ਦੀ ਹਜ਼ੂਰੀ 'ਚ ਸਰਕਾਰੀ ਖਜ਼ਾਨਾ ਲੁੱਟਣ ਦਾ ਅਹਿਦ ਕੀਤਾ ਸੀ। ਅਸੀਂ ਪੰਜਾਬ ਦੇ ਬੰਦਿਆਂ, ਜਿਹੜੇ ਪੰਜਾਬ ਦੇ ਵਸਿੰਦੇ ਨੇ, ਅਸੀਂ ਉਹਨਾਂ ਨੂੰ ਲੁੱਟਣ ਦਾ ਅਹਿਦ ਨਹੀਂ ਕੀਤਾ ਸੀ। ਤੁਸੀਂ ਆਪ ਦੇਖੋ, ਇਤਿਹਾਸ ਕਹਿੰਦਾ ਉਸ ਵੇਲੇ ਸਿੱਖਾਂ ਦੇ ਕੋਲ ਨਾ ਸਿਰਾਂ ਤੇ ਪੱਗਾਂ ਚੱਜਦੀਆਂ ਸਨ, ਨਾ ਤਨ ਤੇ ਕੱਪੜਾ ਚੱਜਦਾ ਸੀਗਾ, ਨਾ ਉਹਨਾਂ ਦੇ ਤੇੜ ਕਸ਼ਹਿਰੇ ਚੱਜਦੇ ਸਨ। ਗਿਆਨੀ ਗਿਆਨ ਸਿੰਘ ਨੇ ਲਿਖਿਆ, ਜਿਸ ਗਾਤਰੇ 'ਚ ਕਿਰਪਾਨ ਪਾਈ ਸੀ, ਉਸ ਗਾਤਰੇ ਨੂੰ ਵੀ ਪਤਾ ਨਹੀਂ ਕਿੰਨੀਆਂ ਕੁ ਗੰਢਾਂ ਲੱਗੀਆਂ ਸਨ, ਕਿੰਨੀਆਂ ਕੁ ਗੰਢਾਂ ਲੱਗਣੀਆਂ ਸਨ। ਸਿਆਲ ਸਾਹਮਣੇ ਸੀਗਾ, ਉਹਨਾਂ ਕੋਲ ਦੁਸ਼ਾਲਿਆਂ ਦਾ ਲੁੱਟਿਆ ਹੋਇਆ ਇੱਕ ਭਾਰਾ ਟਾਂਡਾ ਸੀਗਾ, ਪਰ ਫਿਰ ਵੀ ਕਹਿੰਦੇ ਕਿਸੇ ਸਿੱਖ ਨੇ ਉਹਦੇ ਵਿੱਚੋਂ ਇੱਕ ਕੱਪੜਾ ਕੀ ਇੱਕ ਰੂੰ, ਇੱਕ ਧਾਗਾ ਤੱਕ ਵੀ ਤੋੜਿਆ ਨਹੀਂ। ਸਾਰਾ ਸਮਾਨ ਉਹਨੂੰ ਵਾਪਸ ਮੋੜ ਦਿੱਤਾ ਕਿ ਭਾਈ ਇਹ ਤੇਰਾ ਹੈ। ਸਾਡਾ ਅਹਿਦ ਇਹ ਹੋਇਆ, ਅਸੀਂ ਇਹ ਵਾਅਦਾ ਕੀਤਾ, ਸਾਡਾ ਆਮ ਲੋਕਾਂ ਨਾਲ ਕੋਈ ਉਹ ਨਹੀਂ, ਸਾਡਾ ਸਰਕਾਰ ਨਾਲ ਜੋ ਸਾਡਾ ਲਹੂ ਪੀ ਰਹੀ ਹੈ, ਸਾਡੇ ਧਰਮ ਦੇ ਖਿਲਾਫ ਚੱਲ ਰਹੀ ਹੈ, ਅਸੀਂ ਉਹਦੇ ਖਿਲਾਫ ਚੱਲਾਂਗੇ। ਸੋ ਮੈਂ ਬੇਨਤੀ ਇਸ ਕਰਕੇ ਕਰ ਰਿਹਾ ਸਾਂ ਕਿ ਦੇਖੋ ਕਿਹੋ ਜੀ ਜ਼ਿੰਦਗੀ ਉਹ ਬਸਰ ਕਰ ਰਹੇ ਨੇ। ਉਹਨਾਂ ਦੇ ਤਨ ਤੇ ਕੱਪੜਾ ਨਹੀਂ, ਸਿਰ ਤੇ ਚੱਜ ਦਾ ਕੱਪੜਾ ਨਹੀਂ, ਜੰਗਲੀ ਰਹਿ ਰਹੇ ਨੇ, ਪਰ ਫਿਰ ਵੀ ਪਰਸਵਾਰਥ ਦੀ ਭਾਵਨਾ ਕਿੰਨੀ ਆ। ਉਹ ਸਾਰੇ ਦਾ ਸਾਰਾ ਲੁੱਟਿਆ ਟਾਂਡਾ ਉਹਨੂੰ ਵਾਪਸ ਦੇ ਕੇ ਆਏ ਕਿ ਨਾ ਭਾਈ। ਸੋ ਇਹੀ ਹੈ, ਇਸੇ ਨੂੰ ਸਤਿਗੁਰੂ ਜੀ ਇੱਥੇ ਸਮਝਾ ਰਹੇ ਨੇ, ਇਸੇ ਨੂੰ ਕਹਿ ਰਹੇ ਨੇ। ਕਹਿੰਦੇ ਹੇ ਸੂਏ ਵੇਸ ਵਾਲੀਏ, ਬਾਹਰੀ ਵੇਸ ਛੱਡ ਤਾਂ ਹੀ ਤੇਰੇ ਪਤੀ ਨਾਲ ਪਿਆਰ ਪਏਗਾ। ਭਾਵ ਸਿੱਖ ਨੂੰ ਗੁਰਦੇਵ ਕਹਿੰਦੇ ਨੇ, ਸਿੱਖਾ ਬਾਹਰੀ ਪਹਿਰਾਵੇ ਨੂੰ ਛੱਡ ਤੇ ਅੰਦਰ ਉਤਰੇਗਾ ਤੇ ਤਾਂ ਹੀ ਤੇਰੇ ਗੁਰੂ ਨਾਲ ਪਿਆਰ ਪਏਗਾ, ਵੈਸੇ ਨਹੀਂ, ਬਾਹਰੀ ਦੇਖ ਨਾਲ ਪਿਆਰ ਨਹੀਂ ਪਏਗਾ। ਸੋ ਗੁਰਦੇਵ ਕਹਿੰਦੇ, ਸੋ ਵੀ ਇਹ ਸੁਹਾਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ, ਸੂਹੈ ਵੇਸ ਫਿਰ ਕਿਨੈ ਨਾ ਪਾਇਓ। ਕਹਿੰਦੇ ਸੂਹੇ, ਬਾਹਰੀ ਦੇਖ ਨਾਲ ਕਿਸੇ ਨੇ ਪਤੀ ਦਾ ਪਿਆਰ ਨਹੀਂ ਖੱਟਿਆ, ਕਿਸੇ ਪਤਨੀ ਨੇ ਬਾਹਰੀ ਦੇਖ ਨਾਲ ਪਤੀ ਦਾ ਪਿਆਰ ਨਹੀਂ ਖੱਟਿਆ। ਪਤੀ ਦਾ ਪਿਆਰ ਉਹਨੂੰ ਤਾਂ ਹੀ ਹਾਸਲ ਹੁੰਦਾ ਹੈ ਜੇ ਉਹ ਕਰਮਾਂ ਕਰਕੇ ਚੰਗੀ ਹੈ, ਸੁਚੱਜੀ ਹੈ, ਉਹਨੂੰ ਬੱਚੇ ਸਾਂਭਣ ਦਾ, ਪਰਿਵਾਰ ਸਾਂਭਣ ਦਾ, ਘਰ ਸਾਂਭਣ ਦਾ, ਪਰਿਵਾਰ ਸਾਂਭਣ ਦਾ ਚੱਜ ਹੈ, ਤਾਂ ਹੀ ਉਹ ਪਤੀ ਦੀ ਪਿਆਰੀ ਹੈ। ਕੱਲਾ ਸੂਹਾ ਵੇਸ ਜਿਆਦੀ ਦੇਰ ਨਹੀਂ ਚੱਲਦਾ, ਇਹ ਨਾਲ ਨਿਭਦਾ ਨਹੀਂ। ਇਵੇਂ ਗੁਰਦੇਵ ਮਨਮੁਖ ਨੂੰ ਕਹਿੰਦੇ, ਮਨਮੁਖਾ ਜਿਸ ਬਾਹਰੀ ਵੇਸ ਤੇ ਤੂੰ ਆਸ ਲਾਈ ਬੈਠਾ ਹੈ ਨਾ, ਇਹ ਜਿਆਦੀ ਦੇਰ ਚੱਲਣ ਵਾਲਾ ਨਹੀਂ। ਇਹ ਉਸ ਤਰ੍ਹਾਂ ਹੀ ਹੈ ਜਿਵੇਂ ਪਤਨੀ ਆਪਣੇ ਵੇਸ ਦੇ ਸਿਰ ਤੇ ਸਾਰੀ ਜ਼ਿੰਦਗੀ ਨਹੀਂ ਨਿਭਾ ਸਕਦੀ, ਇਸ ਵੇਸ ਨੇ ਇੱਕ ਦਿਨ ਢਲ ਜਾਣਾ, ਫਿੱਕੇ ਪੈ ਜਾਣਾ। ਇਵੇਂ ਮਨਮੁਖਾ ਤੇਰਾ ਵੇਸ ਇੱਕ ਨਾ ਇੱਕ ਦਿਨ ਕੂੜ ਹੋ ਜਾਣਾ, ਨਖੁੱਟ ਜਾਣਾ। ਗੁਰਦੇਵ ਕਹਿੰਦੇ, ਸੂਹੈ ਵੇਸ ਫਿਰ ਕਿਨੈ ਨਾ ਪਾਇਓ, ਮਨਮੁਖ ਦੱਜੀ ਮੁਈ ਗਵਾਰ। ਇਸ ਤਰ੍ਹਾਂ ਇਹ ਮਨਮੁਖ ਜੀਵ ਇਸਤਰੀ ਜਿਹੜੀ ਹੈ ਦੱਜ ਗਈ ਹੈ, ਸੜ ਗਈ ਹੈ, ਇਹ ਗਵਾਰ ਹੈ। ਭਾਵ ਗੁਰਦੇਵ ਕਹਿੰਦੇ, ਹੇ ਮਨਮੁਖ ਔਰਤ, ਹੇ ਮਨਮੁਖ ਜੀਵ ਇਸਤਰੀ, ਇਹ ਭਾਵ ਸਾਨੂੰ ਕਹਿੰਦੇ ਨੇ। ਸੋ ਮੁੱਕ ਦੀ ਗੱਲ ਮੈਂ ਇੱਥੇ ਸਿੱਟਾ ਇਹਦਾ ਇਹ ਕੱਢਿਆ ਹੈ,
ਗੁਰਦੇਵ ਮਨਮੁਖ ਨੂੰ ਇਹ ਕਹਿ ਰਹੇ ਨੇ, ਵੇਸ ਨੂੰ ਛੱਡ, ਬਾਹਰੀ ਦਿਖਾਵੇ ਨੂੰ ਛੱਡ ਤੇ ਅੰਦਰ ਉਤਰ। ਇਹਦਾ ਸਹਿਜ ਭਾਵ ਇਹ ਹੈ ਕਿ ਗੁਣਾ ਵਾਲੇ ਪਾਸੇ ਹੋ, ਗੁਣਾ ਵਾਲੇ ਪਾਸੇ ਜੁੜ, ਗੁਣਾ ਦੀ ਕਮਾਈ ਕਰ। ਭਾਵੇਂ 1 ਕਮਾ, ਭਾਵੇਂ 2 ਕਮਾ, ਭਾਵੇਂ 3 ਕਮਾ, ਭਾਵੇਂ 4 ਕਮਾ, ਗੁਣਾ ਦੀ ਕਮਾਈ ਵਾਲੇ ਪਾਸੇ ਹੋ। ਵੇਸ ਨੂੰ ਤਿਆਗ, ਭੇਖ ਨੂੰ ਤਿਆਗ। ਇਹਦੇ ਬਾਰੇ ਮੈਂ ਇੱਕ ਬਚਨ ਸਤਿਗੁਰੂ ਦੀ ਬਾਣੀ ਚੋਂ ਕਹਿ ਕੇ ਅੱਗੇ ਤੁਰਾਂਗਾ। ਗੁਰਦੇਵ ਇੱਕ ਥਾਂ ਤੇ ਕਹਿੰਦੇ ਨੇ, ਛੋਡੋ ਵੇਸ ਭੇਖ ਚਤੁਰਾਈ। ਉਹਨਾਂ ਨੇ 3 ਚੀਜ਼ਾਂ ਛੱਡਣ ਲਈ ਸਾਨੂੰ ਆਖਿਆ, ਕੱਲਾ ਵੇਸ ਨਹੀਂ, ਵੇਸ ਨਾਲ 2 ਚੀਜ਼ਾਂ ਹੋਰ ਵੀ ਜੁੜੀਆਂ ਨੇ। ਛੋਡੋ ਵੇਸ ਭੇਖ ਚਤੁਰਾਈ, ਪਹਿਲਾ ਜੁੜਿਆ ਹੈ ਵੇਸ, ਦੂਜਾ ਜੁੜਿਆ ਹੈ ਭੇਖ ਤੇ ਤੀਜਾ ਜੁੜਿਆ ਹੈ ਚਤੁਰਾਈ। ਗੱਲ ਵੇਸ ਤੋਂ ਸ਼ੁਰੂ ਹੁੰਦੀ ਹੈ। ਵੇਸ ਕਦੋਂ ਭੇਖ ਬਣ ਜਾਂਦਾ ਹੈ ਸਾਨੂੰ ਨਹੀਂ ਪਤਾ ਲੱਗਦਾ, ਤੇ ਭੇਖ ਵਿੱਚ ਕਦੋਂ ਚਤੁਰਾਈ ਆ ਜਾਂਦੀ ਹੈ ਸਾਨੂੰ ਨਹੀਂ ਪਤਾ ਲੱਗਦਾ, ਪਰ ਸ਼ੁਰੂਆਤ ਵੇਸ ਤੋਂ ਹੁੰਦੀ ਹੈ। ਇਸੇ ਕਰਕੇ ਗੁਰਦੇਵ ਨੇ ਤਿੰਨਾਂ ਦਾ ਤਿਆਗ ਕਰਨ ਲਈ ਆਖਿਆ ਕਿ ਜੇ ਵੇਸ ਛੱਡ ਦੇਂਗਾ ਤੇ ਭੇਖ ਛੁੱਟ ਜਾਏਗਾ, ਭੇਖ ਛੱਡ ਦੇਂਗਾ ਤੇ ਚਤੁਰਾਈ ਛੁੱਟ ਜਾਏਗੀ। ਇਹ ਤਿੰਨਾਂ ਚੀਜ਼ਾਂ ਛੁੱਟ ਜਾਣਗੀਆਂ। ਤੇ ਬਾਣੀ ਦੇ ਵਿੱਚ ਵਾਰ-ਵਾਰ ਇਹਨਾਂ ਤਿੰਨਾਂ ਚੀਜ਼ਾਂ ਦਾ ਜ਼ਿਕਰ ਗੁਰਦੇਵ ਨੇ ਕੀਤਾ ਹੈ ਕਿ ਇਹਨਾਂ ਤਿੰਨਾਂ ਚੀਜ਼ਾਂ ਦਾ ਤਿਆਗ ਕਰ, ਇਹਨਾਂ ਨੂੰ ਜੜੋਂ ਕੱਢ ਦੇ ਆਪਣੀ ਜ਼ਿੰਦਗੀ ਚੋਂ। ਨਾ ਭਰੋਸਾ ਰੱਖ ਵੇਸ ਤੇ, ਨਾ ਭਰੋਸਾ ਰੱਖ ਭੇਖ ਤੇ, ਨਾ ਭਰੋਸਾ ਰੱਖ ਚਤੁਰਾਈ। ਅਸੀਂ ਰੋਜ਼ ਪੜ੍ਹਦੇ ਹਾਂ ਸਹਿਸ ਸਿਆਣਪਾਂ। ਸਿਆਣਪਾਂ ਦਾ ਭਾਵ ਕੀ ਹੈ? ਚਤੁਰਾਈ ਹੈ। ਸਹਿਸ ਦਾ ਭਾਵ ਹੈ ਹਜ਼ਾਰਾਂ, ਸੈਂਕੜੇ, ਹਜ਼ਾਰਾਂ ਚਤੁਰਾਈਆਂ ਤੇਰੇ ਕੋਲ ਹੋਣ। ਗੁਰਦੇਵ ਕਹਿੰਦੇ ਇੱਕ ਨਾ ਚੱਲੇ ਨਾਲ, ਪਰ ਨਾਲ ਨਹੀਂ ਨਿਭਣ ਵਾਲੀ, ਉਹ ਨਾਲ ਨਹੀਂ ਚੱਲਣ ਵਾਲੀ। ਸੋ ਗੁਰਦੇਵ ਨੇ ਤਿੰਨਾਂ ਨੂੰ ਲੜੀ ਚ ਪਰੋਇਆ। ਗੁਰਦੇਵ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜਿਓ। ਇਹ ਸਮਝ ਲਾ, ਵੇਸ ਇੱਕ ਦੁਬਦਾਈ, ਭੇਖ ਇੱਕ ਦੁਬਦਾਈ, ਚਤੁਰਾਈ ਇੱਕ ਦੁਬਦਾਈ। ਦੁਬਦਾ ਦਾ ਮਤਲਬ ਸਾਨੂੰ ਸਾਰਿਆਂ ਨੂੰ ਪਤਾ ਹੈ, ਭਰਮ। ਭਰਮ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਚੀਜ਼ ਜਿਹੜੀ ਅਸੀਂ ਮੰਨੀ ਬੈਠੇ ਆਂ ਤੇ ਹੈ ਨਹੀਂ। ਰੱਸੀ ਨੂੰ ਸੱਪ ਮੰਨ ਲਿਆ, ਪਰ ਰੱਸੀ ਰੱਸੀ ਹੈ, ਸੱਪ ਸੱਪ ਹੈ। ਸੁਪਨੇ 'ਚ ਰਾਜੇ ਨੇ ਆਪਣੇ ਆਪ ਨੂੰ ਭਿਖਾਰੀ ਮੰਨ ਲਿਆ, ਪਰ ਉਹ ਭਿਖਾਰੀ ਨਹੀਂ, ਉਹ ਰਾਜਾ ਹੈ। ਜੈਸਾ ਮਾਨੀਏ ਹੋਏ ਨਾ ਤੈਸਾ। ਇਵੇਂ ਗੁਰਦੇਵ ਕਹਿੰਦੇ ਜਿਸ ਵੇਸ ਨੂੰ ਤੂੰ ਮੰਨ ਰਿਹਾ ਨਾ ਇਹ ਸਾਰਾ ਕੁਝ ਹੈ, ਇਹ ਸਾਰਾ ਕੁਝ ਨਹੀਂ। ਜਿਸ ਭੇਖ ਨੂੰ ਤੂੰ ਮੰਨ ਰਿਹਾ ਇਹ ਸਾਰਾ ਕੁਝ ਹੈ, ਇਹ ਸਾਰਾ ਕੁਝ ਨਹੀਂ। ਜਿਸ ਚਤੁਰਾਈ ਨੂੰ ਤੂੰ ਮੰਨ ਰਿਹਾ ਸਾਰਾ ਕੁਝ ਹੈ, ਇਹ ਸਾਰਾ ਕੁਝ ਨਹੀਂ। ਇਸੇ ਕਰਕੇ ਇਹਨੂੰ ਛੱਡ ਦੇ, ਤਿਆਗ, ਜ਼ਿੰਦਗੀ ਚੋਂ ਕੱਢ। ਸੋ ਉਹੀ ਗੱਲ ਗੁਰਦੇਵ ਨੇ ਇੱਥੇ ਮਨਮੁਖ ਨੂੰ ਕਹੀ ਹੈ, ਮਨਮੁਖਾ ਤੂੰ ਆਪਣੇ ਇਸ ਵੇਸ ਦਾ ਤਿਆਗ ਕਰ ਦੇ। ਉਹਨੂੰ ਗੁਰਦੇਵ ਨੇ ਫਿਰ ਮੈਂ ਦੁਹਰਾ ਦੇਣਾ ਕਿਸ ਢੰਗ ਨਾਲ ਆਖਿਆ, ਸੂਹੀਏ ਸੂਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ। ਸੂਹੈ ਵੇਸ ਫਿਰ ਕਿਨੈ ਨ ਪਾਇਓ, ਮਨਮੁਖ ਦਜ ਮੂਈ ਗਵਾਰ। ਦਜ ਦਾ ਮਤਲਬ ਹੈ ਸੜ ਜਾਏਗਾ, ਤੇਰੇ ਪੱਲੇ ਕੱਖ ਨਹੀਂ ਪਏਗਾ। ਅੱਗੇ ਗੁਰਦੇਵ ਹੁਣ ਕਹਿੰਦੇ ਕਰਨਾ ਕੀ ਹੈ? ਜੇ ਵੇਸ ਛੱਡਣਾ ਤੇ ਵੇਸ ਦੀ ਜਗ੍ਹਾ ਫਿਰ ਲੈਣਾ ਕੀ ਹੈ? ਕਿਵੇਂ ਛੱਡਣਾ ਇਹਨੂੰ? ਕਿਸ ਢੰਗ ਨਾਲ ਛੱਡਣਾ ਹੈ? ਅਗਲੇ ਬਚਨ ਚ ਗੁਰਦੇਵ ਕਹਿੰਦੇ ਸਤਿਗੁਰ ਮਿਲਿਆ। ਜਦੋਂ ਗੁਰੂ ਮਿਲ ਗਿਆ ਫਿਰ ਕੀ ਹੋਏਗਾ? ਸੂਹਾ ਵੇਸ ਗਿਆ। ਉਦੋਂ ਸੂਹਾ ਵੇਸ ਚਲਾ ਜਾਂਦਾ। ਭਾਵ ਬੰਦਾ ਬਾਹਰੀ ਜਿਹੜੀ ਦੇਖ ਹੈ ਇਹਦੇ ਤੇ ਭਰੋਸਾ ਨਹੀਂ ਰੱਖਦਾ, ਅੰਦਰ ਉਤਰਦਾ, ਅੰਦਰ ਉਤਰਦਾ। ਜਿਹਨੂੰ ਗੁਰਦੇਵ ਨੇ ਪਵਿੱਤਰ ਬਾਣੀ ਚ ਆਖਿਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜਿਹਨੂੰ ਗੁਰਦੇਵ ਨੇ ਪਵਿੱਤਰ ਬਾਣੀ ਚ ਆਖਿਆ ਹੈ ਹਰ ਨਾਮੇ ਕੇ ਹੋਵੋ ਜੋੜੀ, ਦੁਬਦਾ ਦੂਰ ਕਰੋ ਲਿਵ ਲਾਏ। ਗੁਰਦੇਵ ਨੇ ਇਹਨੂੰ ਇਸ ਤਰ੍ਹਾਂ ਵੀ ਆਖਿਆ। ਸੋ ਜਦੋਂ ਗੁਰੂ ਮਿਲਦਾ ਹੈ, ਗੁਰੂ ਸਾਨੂੰ ਵੇਸ ਤੋਂ ਛੱਡ ਕੇ, ਬਾਹਰੀ ਦਿੱਖ ਤੋਂ ਛੱਡ ਕੇ ਅੰਦਰ ਉਤਰਨ ਦੀ ਗੱਲ ਕਰਦਾ ਹੈ। ਹੁਣ ਮੈਂ ਇੱਕ ਸ਼ਬਦ ਵਾਰ-ਵਾਰ ਕਹਿ ਰਿਹਾ ਕਿ ਅੰਦਰ ਉਤਰਨਾ। ਅੰਦਰ ਉਤਰਨ ਦਾ ਮਤਲਬ ਇਹਨੂੰ ਜੇ ਬਾਣੀ ਚੋਂ ਸਮਝਾਂਗੇ ਤੇ ਬੜਾ ਸੌਖਾ ਸਮਝ ਆਏਗਾ। ਮੈਂ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਇੱਕ
ਸਾਂਝਾ ਕਰ ਦੇਣਾ, ਇਹ ਗੱਲ ਸਮਝ ਆ ਜਾਏਗੀ ਕਿ ਅੰਦਰ ਉਤਰਨ ਦਾ ਮਤਲਬ ਕੀ ਹੈ। ਜਦੋਂ ਗੁਰੂ ਨੂੰ ਮਿਲਦੇ ਆ, ਗੁਰੂ ਕਹਿੰਦੇ ਵੇਸ ਦਾ ਮਤਲਬ ਹੈ ਬਾਹਰ ਨੂੰ ਛੱਡ ਤੇ ਅੰਦਰ ਉਤਰ। ਅੰਦਰ ਉਤਰਨ ਦਾ ਮਤਲਬ ਕੀ ਹੈ? ਬਾਬਾ ਫਰੀਦ ਸਾਹਿਬ ਇਹਨੂੰ ਉਹ ਕਹਿੰਦੇ ਨੇ, ਫਰੀਦਾ ਆਪਨੜੈ ਗਿਰਵਾਨ ਮੈਂ, ਸਿਰ ਨੀਮਾ ਕਰ ਦੇਖ। ਗਿਰਵਾਨ ਕਹਿੰਦੇ ਆਪਣੇ ਅੰਦਰ, ਦੂਜੇ ਦੀ ਛੱਡ। ਕੋਈ ਕੀ ਕਰਦਾ ਪਹਿਲਾਂ ਇਹਨੂੰ ਛੱਡ, ਇਹਨੂੰ ਤਿਆਗ। ਵੇਸ ਬੰਦਾ ਕਾਹਤੋਂ ਪਾਉਂਦਾ? ਇਸੇ ਕਰਕੇ ਪਾਉਂਦਾ ਨਾ ਕਿ ਫਲਾਣਾ ਕੀ ਕਹੇਗਾ, ਫਲਾਣਾ ਕੀ ਕਹੇਗਾ। ਜਦੋਂ ਇਹ ਚੀਜ਼ ਹੀ ਅੰਦਰੋਂ ਨਿਕਲ ਗਈ, ਜਦੋਂ ਇਹ ਕੰਨਾਂ ਤੋਂ ਮੈਂ ਇਹ ਚੀਜ਼ ਕੱਟ ਦਿੱਤੀ, ਨੱਕ ਤੋਂ ਚੀਜ਼ ਮੈਂ ਇਹ ਕੱਟ ਦਿੱਤੀ, ਅੱਖਾਂ ਤੋਂ ਇਹ ਚੀਜ਼ ਕੱਟਦੀ ਕਿ ਮੈਨੂੰ ਕੋਈ ਪਰਵਾਹ ਨਹੀਂ, ਕੋਈ ਕੀ ਕਹਿੰਦਾ ਮੈਂ ਨਾ ਇਹ ਸੁਣਨਾ ਹੈ, ਕੋਈ ਕੀ ਕਹਿੰਦਾ ਨਾ ਮੈਂ ਇਹ ਵੇਖਣਾ ਹੈ, ਕੋਈ ਕੀ ਕਹਿੰਦਾ ਨਾ ਮੈਂ ਇਹ ਸੁੰਘਣਾ, ਮੈਨੂੰ ਪਰਵਾਹ ਨਹੀਂ। ਜਿਹਨੂੰ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ, ਅਬ ਹਮ ਚਲੀ ਠਾਕੁਰ ਪੈ ਹਾਰ। ਇਹ ਬਚਨ ਬੜਾ ਕੀਮਤੀ ਹੈ, ਧਿਆਨ ਨਾਲ ਸਮਝੀਏ। ਮੰਨ ਲਓ ਮੈਂ ਗੁਰਦੁਆਰੇ ਆਉਣਾ, ਮੈਂ ਉਦਾਹਰਨ ਦੇ ਰਿਹਾ, ਮੰਨ ਲਓ ਆਪਾਂ ਸਾਰੇ ਰੋਜ਼ ਆਉਂਦੇ ਹਾਂ। ਜੇ ਮੇਰੇ ਅੰਦਰ ਇਹ ਭਾਵ ਹੈ ਕਿ ਜੇ ਮੈਂ ਨਾ ਗਿਆ ਤੇ ਲੋਕੀ ਕੀ ਕਹਿਣਗੇ, ਤਾਂ ਸਮਝ ਲਓ ਮੈਂ ਵੀ ਇੱਕ ਵੇਸ ਤੇ ਹਾਂ। ਮੈਂ ਸਤ ਸੰਗਤ ਕਰ ਰਿਹਾ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਕਿ ਲੋਕ ਇਹ ਕਹਿਣ ਕਿ ਰੋਜ਼ ਗੁਰਦੁਆਰੇ ਆਉਂਦਾ ਹੈ। ਨਹੀਂ, ਜੇ ਭਾਵ ਹੈ ਤੇ ਸਮਝ ਲਓ ਵੀ ਇੱਕ ਵੇਸ ਹੈ। ਵੇਸ ਕੱਲਾ ਕੱਪੜਿਆਂ ਦਾ ਨਹੀਂ ਹੁੰਦਾ ਕਿ ਕੱਲਾ ਕੱਪੜਿਆਂ ਦਾ ਕਿਸੇ ਦੇ ਸਾਹਮਣੇ ਕੋਈ ਪ੍ਰਦਰਸ਼ਨ ਕਰਨਾ, ਇਹ ਵੀ ਵੇਸ ਹੈ, ਇਹ ਵੀ ਇੱਕ ਵੇਸ ਹੈ। ਸੋ ਗੁਰਦੇਵ ਕਹਿੰਦੇ ਇਸ ਆਪਾ ਭਾਵ ਨੂੰ ਤਿਆਗ। ਕਿੰਨੀ ਵਾਰੀ ਮੈਂ ਉਹ ਗਾਥਾ ਸਾਂਝੀ ਕੀਤੀ ਹੈ। ਉਹ ਸਨਾਤਨੀ ਮਤ ਦਾ ਪੰਡਤ ਜਿਹੜਾ ਗੁਰੂ ਘਰ ਆ ਕੇ ਝੂਠ ਖਾ ਰਿਹਾ, ਕਾਹਦੇ ਕਰਕੇ? ਕਿਉਂਕਿ ਉਹਦੇ ਅੰਦਰ ਉਹ ਜਾਤ ਪਾਤ ਦਾ ਵੇਸ ਟਿਕਿਆ ਹੋਇਆ ਸੀ। ਵਾਰ-ਵਾਰ ਉਹ ਅੰਦਰ ਉਬਾਲਾ ਦਿੰਦਾ ਹੈ। ਉਬਾਲਾ ਕੀ ਦਿੰਦਾ ਕਿ ਮੈਂ ਇਹਨਾਂ ਲੋਕਾਂ ਨਾਲ ਖਾਵਾਂ, ਮੈਂ ਇਹਨਾਂ ਲੋਕਾਂ ਨਾਲ ਬਵਾਂ, ਮੈਂ ਇਹਨਾਂ ਲੋਕਾਂ ਨਾਲ ਬਹਿ ਕੇ ਗਾਵਾਂ, ਇਹਨਾਂ ਲੋਕਾਂ ਦੀਆਂ ਗੱਲਾਂ ਸੁਣਾ। ਪਰ ਉਹਨੂੰ ਗੁਰੂ ਦੀ ਗੱਲ ਚੰਗੀ ਲੱਗੀ, ਪਰ ਅੰਦਰੋਂ ਇਹ ਚੀਜ਼ਾਂ ਨਹੀਂ ਨਿਕਲਦੀਆਂ। ਉਹਨੇ ਢੰਗ ਇਹ ਸੋਚਿਆ ਕਿ ਕਿਉਂ ਨਾ ਹੋਵੇ ਇਹਨਾਂ ਲੋਕਾਂ ਦੀ ਮੈਂ ਝੂਠ ਹੀ ਖਾਵਾਂ, ਸ਼ਾਇਦ ਇਹ ਅੰਦਰੋਂ ਚੀਜ਼ ਨਿਕਲ ਗਈ। ਜਦੋਂ ਗੁਰੂ ਅਰਜਨ ਸਾਹਿਬ ਨੂੰ ਪਤਾ ਲੱਗਾ, ਮਹਾਰਾਜ ਨੇ ਉਸ ਬੰਦੇ ਨੂੰ ਉਸ ਨੂੰ ਬੁਲਾਇਆ। ਮਹਾਰਾਜ ਕਹਿਣ ਲੱਗੇ, ਨਾ ਭਾਈ ਇਸ ਤਰ੍ਹਾਂ ਨਹੀਂ ਕਰਨਾ, ਇਹ ਚੀਜ਼ ਧੀਰੇ ਧੀਰੇ ਤੇਰੇ ਅੰਦਰ ਹੋ ਜਾਏਗੀ। ਜੇ ਤੇਰੇ ਅੰਦਰ ਇਹ ਗੱਲ ਆ ਗਈ ਹੈ, ਜੇ ਤੂੰ ਇਸ ਪਾਸੇ ਤੁਰ ਪਿਆ ਹੈ ਤੇ ਇੱਕ ਦਿਨ ਮੰਜ਼ਿਲ ਤੇ ਜ਼ਰੂਰ ਪਹੁੰਚੇਗਾ, ਪਰ ਇਹ ਕਰਮ ਨਾ ਕਰ, ਇਹ ਨਾ ਕਰ। ਸੋ ਹੋਇਆ ਵੀ ਉਹ ਮੰਜ਼ਿਲ ਤੇ ਪਹੁੰਚਿਆ ਵੀ, ਇਤਿਹਾਸ 'ਚ ਉਹਦਾ ਜ਼ਿਕਰ ਹੈ। ਸੋ ਗੁਰੂ ਕੇ ਪਿਆਰ ਵਾਲਿਓ ਸਮਝੋ, ਅੰਦਰ ਉਤਰਨ ਦਾ ਮਤਲਬ ਕੀ? ਅੰਦਰ ਉਤਰਨ ਦਾ ਮਤਲਬ ਇੱਕ ਬਚਨ ਮੈਂ ਸਾਂਝਾ ਕੀਤਾ ਬਾਬਾ ਫਰੀਦ ਸਾਹਿਬ ਦਾ, ਫਰੀਦਾ ਆਪ ਨੜੈ ਗਿਰਵਾਨ ਮੈਂ, ਸਿਰ ਨੀਵਾਂ ਕਰ। ਦੂਜੇ ਦੀ ਛੱਡੋ, ਕੋਈ ਕੀ ਕਰਦਾ, ਕੋਈ ਪੜ੍ਹਦਾ ਨਹੀਂ ਪੜ੍ਹਦਾ, ਕੋਈ ਸੇਵਾ ਕਰਦਾ ਨਹੀਂ ਕਰਦਾ, ਸਾਨੂੰ ਨਹੀਂ। ਪਹਿਲਾਂ ਅਸੀਂ ਆਪਣੇ ਤੋਂ, ਮੈਂ ਤੋਂ ਸ਼ੁਰੂ ਕਰਾਂ। ਇਹਨੂੰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੇਂ ਮਾਰ। ਅਗਲੀ ਪੰਕਤੀ ਧਿਆਨ ਨਾਲ ਸੁਣਿਓ। ਲੋਕਨ ਕੀ ਚਤੁਰਾਈ ਉਪਮਾ, ਲੋਕਾਂ ਦੀ ਜਿਹੜੀ ਚਤੁਰਾਈ ਤੇ ਉਪਮਾ ਹੈ, ਕੀ ਕੀਤਾ ਮੈਂ ਉਹਨੂੰ? ਤੇ ਬਸੰਤਰ ਜਾਰ, ਬਸੰਤਰ ਕਹਿੰਦੇ ਅੱਗ ਨੂੰ, ਕਹਿੰਦੇ ਅੱਗ 'ਚ ਸਾੜ ਦਿੱਤੀ ਹੈ। ਮੈਨੂੰ ਨਹੀਂ ਪਰਵਾਹ ਲੋਕੀ ਕੀ ਕਹਿੰਦੇ, ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦਾ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਕਿੰਨਾ ਲੋਕਾਂ ਨੇ ਜ਼ੋਰ ਲਾਇਆ ਸੀ, ਸ਼ਰੀਕੇ ਵਾਲੇ ਇੱਥੋਂ ਤੱਕ ਪਹੁੰਚ ਗਏ ਸਨ ਕਿ ਤੂੰ ਇਸ ਘਰ ਦਾ ਜਵਾਈ ਹੈ ਤੇ ਟੋਕਰੀ ਢੋ ਰਿਹਾ। ਪਰ ਭਾਈ ਜੇਠੇ ਨੇ ਟੋਕਰੀ ਨਹੀਂ ਸੀ ਛੱਡੀ। ਸਾਡੇ ਵਾਸਤੇ ਹੋ ਸਕਦਾ ਗੱਲ ਬੜੀ ਛੋਟੀ ਹੈ, ਪਰ ਉੱਥੇ ਗੱਲ ਬੜੀ ਵੱਡੀ ਸੀ। ਉਹਨੇ ਬਾਣੀ ਦੇ ਉਹਨਾਂ ਬਚਨਾਂ ਨੂੰ ਕਮਾ ਲਿਆ ਸੀ, ਸਮਝ ਲਿਆ ਸੀ ਕਿ ਇਹਨਾਂ ਨੂੰ ਇਹ ਜਵਾਈ ਨਜ਼ਰ ਆ ਰਿਹਾ, ਇੱਥੇ ਮੇਰਾ ਰਿਸ਼ਤਾ ਗੁਰੂ ਤੇ ਸਿੱਖ ਦਾ ਹੈ। ਸੋ ਨਹੀਂ ਛੱਡੀ, ਬੜਾ ਜ਼ੋਰ ਲਾਇਆ, ਇੱਥੋਂ ਤੱਕ ਕਿ ਉਹ ਗੁਰੂ ਅਮਰਦਾਸ ਕੋਲ ਵੀ ਪਹੁੰਚ ਗਏ ਕਿ ਤੁਸੀਂ ਇਹ ਚੰਗਾ ਨਹੀਂ ਕੀਤਾ। ਮਹਾਰਾਜ ਨੇ ਭਾਈ ਜੇਠੇ ਨੂੰ ਸੱਦਿਆ, ਹਾਂ ਭਾਈ ਜੇਠਿਆ, ਤੇਰੇ ਪਰਿਵਾਰ ਵਾਲੇ ਗੱਲ ਕਹਿੰਦੇ ਨੇ, ਕੱਲ ਨੂੰ ਸਾਡੇ ਤੇ ਗੱਲ ਨਾ ਹੋਵੇ।
ਤਾਂ ਭਾਈ ਜੇਠੇ ਦਾ ਇੱਕ ਹੀ ਜਵਾਬ ਸੀ, ਮਹਾਰਾਜ ਅੱਜ ਇਹਨਾਂ ਨੂੰ ਮੇਰੀ ਬੜੀ ਫਿਕਰ ਹੈ, ਬੜੀ ਚਿੰਤਾ ਹੈ। ਅੱਜ ਇਹ ਵੇਸ ਵੇਖ ਕੇ ਕਿ ਇਹ ਗੁਰੂ ਘਰ ਦਾ ਜਵਾਈ ਹੈ, ਇਹਨਾਂ ਨੂੰ ਬੜੀ ਚਿੰਤਾ ਹੈ। ਇਹ ਉਦਣ ਭੁੱਲ ਗਏ ਜਿੱਦਣ ਮੇਰੇ ਮਾਂ-ਬਾਪ ਬਚਪਨ ਵਿੱਚ ਮਰ ਗਏ ਸਨ ਤੇ ਮੇਰੀ ਨਾਨੀ ਮੈਨੂੰ ਆਪਣੇ ਪਿੰਡ ਲੈ ਆਈ ਸੀ। ਉਦੋਂ ਇਹਨਾਂ ਚੋਂ ਕਿਸੇ ਨੇ ਨਹੀਂ ਆਖਿਆ ਕਿ ਨਾ ਭਾਈ ਇਹ ਵੀ ਸਾਡਾ ਖੂਨ ਹੈ, ਅਸੀਂ ਇਹਨੂੰ ਸਾਂਭਾਂਗੇ। ਉਦੋਂ ਇਹ ਕਿੱਥੇ ਸਨ? ਉਦੋਂ ਇਹਨਾਂ ਦੀ ਇਹ ਹਮਦਰਦੀ ਕਿੱਥੇ ਸੀ? ਅੱਜ ਇਹਨਾਂ ਦੀ ਹਮਦਰਦੀ, ਇਹ ਹਮਦਰਦੀ ਅੰਦਰੋਂ ਪਿਆਰ ਚੋਂ ਨਹੀਂ ਪੈਦਾ ਹੋਈ, ਇਹ ਹਮਦਰਦੀ ਅੰਦਰੋਂ ਘਿਰਣਾ ਚੋਂ ਪੈਦਾ ਹੋਈ ਹੈ ਕਿ ਇਹ ਸ਼ਰੀਕ ਹੈ ਤੇ ਸ਼ਰੀਕ ਹੋ ਕੇ ਏਡੇ ਵੱਡੇ ਗੁਰੂ ਘਰ ਦਾ ਜਵਾਈ ਬਣ ਗਿਆ। ਇਹ ਪਿਆਰ ਚੋਂ ਨਹੀਂ ਪੈਦਾ ਹੋਈ, ਇਹ ਘਿਰਣਾ ਚੋਂ ਪੈਦਾ ਹੋਈ ਹੈ। तो महाराज ये टोकरी मैं नहीं छड्डांगा, तो नहीं छड्डी, ता जिंदगी नहीं छड्डी। सो समझिए इस पक्ष नूं। तो गुरुदेव कहंदे अज यही पक्ष है, निक्कियां निक्कियां गल्लां तो असीं गुरु घर दी सेवा नूं त्याग दिंदे नहीं। गल्लां तो गुरु घर दी सेवा नूं त्यागना ये सिੱਖੀ नहीं, ये सिੱਖੀ नहीं। जिन्हां ने सिखां नूं डिगाउण दी कोशिश कीती उन्हां ने किन्ना कुछ सिੱਖੀ बारे क्या होएगा। सोच के वेखो, इतिहास चों पढ़ के वेखो। वो कल्ला सीधा सिखां नूं मारन तक नहीं पहुंचे, वो हर एक तरीके नाल जलील करन तक गए होणगे, क्योंकि उन्हां दा मकसद मारना नहीं, उन्हां दा मकसद सी मनाउणा। मैं कई वारी सांझी गल कीती, उन्हां दी जित मारन च नहीं, सिख नूं मनाउण च है। वो मनाउण चों किन्ना को जलील करदे होणगे अंदाजा लाओ। असी बस कई बारी साखियां सुनाउणा, मैं भी सुनाउणा, मैं इन्नी गल करदा कि उन्हां फड़िया सिंह नूं शहीद कर दिता, पर जदों उस शहीदी दा टाइम पढ़दे आ उहनूं ध्यान नाल वेखो, उहनूं समझो। उहदे च मैं एक गल सांझी करांगा। आपां गुरु तेग बहादुर महाराज दी शहीदी दी गल करदे आ, वो टाइम वेखो कि उहनां नूं किन्ने दिन गिरफ्तार रखिया गया। गुरु तेग बहादुर महाराज दे बारे असीं इन्ना पढ़दे आ कि उन्हां दिल्ली लै गए, दिल्ली लिजा के 3 सिखां नूं उन्हां दे सामने शहीद कर दिता। फिर उन्होंने नहीं, टाइम पढ़ो किन्ने दिन किन्नी तरीक नूं खड़िया सी, गिरफ्तार कीता सी ते किदण शहीद कीता सी। जदों ये पढ़ोगे फिर अंदाजा लग जाएगा कि इन्ने दिन वो करदे की रहे, फिर तुहानूं अंदाजा, फिर सानूं अंदाजा होएगा। सो गुरु तेग बहादुर महाराज जी दे बारे इतिहासकार कहंदे 3 महीने उन्हां दी गिरफ्तारी रही। 3 महीने उन्हां नूं जेल च रखिया गया। वो 3 महीने उन्हां की कीता होएगा अंदाजा लाओ। सेवा तो नहीं कीती होएगी, पैर तो नहीं कुट्टे होणगे, लत्तां तो नहीं कुट्टियां होणगीਆਂ कि आओ महाराज तुहाडीਆਂ लत्तां। मसला इह सी इन्हां नूं मनाउणा। उस मनाउण वास्ते उन्हां ने की कीता जिहदे चों कुछ सानूं गल्लां मिलदियां। आ बसी पठाणा दा किला है जिथे सब तो पहला गुरु महाराज नूं कैद किया गया। इथों कैद शुरू हुई, इथों फिर दिल्ली लैके गए। दिल्ली जाके की कीता सारा कुछ सानूं पता, इतिहास चों पढ़िए। सो मैं इस करके इस गल दा जिक्र कीता। असीं निक्कियां निक्कियां गल्लां तो इस चीज़ नूं त्यागदे ने। सिੱਖੀ दा पक्ष नहीं, चाहे मेरी गल है चाहे तुहाडी गल है, पर यह सिੱਖੀ दा तत्त है जिहदा जिक्र गुरुदेव इत्थे कर रहे हैं। वेस नूं छड्डिए। सो गुरु रामदास जी कहंदे लोकन की चतुराई उपमा ते बसंतर जार, कोई भला कहो। देखो ये अर्थ करन दी तां लोड़ नहीं ना। कोई भला कहो भावें बुरा कहो। इत्थे भले कहण वाले भी आउणगे, इत्थे बुरा कहण वाले भी आउणगे, दोवें तरह दे आउणगे। पर कहंदे तू भले कहण वालियां दी ये ना होवे कि भलियां वालियां दी गल्लां च आ जाए ते फुੱਲ जाए, ते बुरा कहण वालियां दी गल्लां च आ जाए ते ढैंदी कला चला जाए। बची दोवां तो ही, ना भलियां दी परवाह करनी है ते ना ही बुरियां दी परवाह। दोवें चीज़ां बंदे नूं डगाउंदियां ने। जे कोई तुहानूं कह रहा कि बड़ा चंगा है, बड़ा वड्डा सेवादार है, ते ये भी डगाउंदी है। ते जे कोई कहंदा इहने ते कीता ही कख नहीं है, ये ते लंगर खा के मुड़ आउंदा है, ते ये भी चीज़ डगाउंदी है। गुरुदेव कहंदे दोवां तो बच, तू ये वेख तू की करना है। मसला तेरा ते गुरु दा है, तीजा कोई नहीं है। मसला तेरा ते गुरु दा है, तीजा कोई नहीं। जदों तीजा आया, आपां पंजाबी दी कहावत पढ़दे आ, कहण लगे तीजा रलिया ते झुग्गा गलिया। सो दो ही चीज़ां ने, मैं ते गुरु, तीजा कोई नहीं। यही गल सानू लावां वेले पढ़ाई जाती है, उत्थे भी यही गल कही जाती। जो कहा जाता ना पल्ले टैंडे लागी, उत्थे यही गल कही जाती, उस्तत निंदा नानक जी मैं हब वजाई छोड़िया। ना मैनू किसी दी उस्तत दी लोड़ है,
ਕਿ ਕੋਈ ਮੇਰੇ ਬਾਰੇ ਕਵੇ ਕਿ ਇਹ ਬੜਾ ਚੰਗਾ ਹੈ ਤੇ ਕੋਈ ਜਕਾਰਾ ਲਾਵੇ, ਤੇ ਨਾ ਮੈਂ ਇਸ ਗੱਲ ਦੀ ਪਰਵਾਹ ਕਰਦਾ ਕਿ ਕੋਈ ਮਾੜਾ ਕਹਿੰਦਾ। ਦੋਵਾਂ ਚੀਜ਼ਾਂ ਨੂੰ ਛੱਡ ਕੇ ਮੈਂ ਗੁਰੂ ਤੇ ਆਪਣਾ ਸੰਬੰਧ ਵੇਖਿਆ। ਇਸੇ ਨੂੰ ਕਹਿੰਦੇ ਨੇ ਆਪਣੇ ਅੰਦਰ ਝਾਤ ਮਾਰ। ਵੇਖ, ਜਿਹੜੇ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਅੰਦਰ ਝਾਕ ਮਾਰਨ ਦਾ ਮਤਲਬ ਹੈ ਕਿ ਵੇਖ ਤੇਰੇ ਅੰਦਰ ਕਿਤੇ ਇਹ ਚੀਜ਼ ਤਾਂ ਨਹੀਂ ਪੈਦਾ ਹੋ ਰਹੀ ਕਿ ਤੈਨੂੰ ਇਹ ਵਾਦੀ ਤਾਂ ਨਹੀਂ ਬਣ ਰਹੀ ਕਿ ਕੋਈ ਕਹਿੰਦਾ ਵੀ ਹੈ ਕਿ ਮੈਂ ਇਹ ਕੰਮ ਕਰ ਰਿਹਾ ਚੰਗਾ ਹੈ, ਜਾਂ ਇਹ ਤਾਂ ਨਹੀਂ ਸੁਣਨ ਦੀ ਵਾਦੀ ਪੈ ਰਹੀ ਕਿ ਜਿਹੜਾ ਮੈਂ ਕੰਮ ਕਰ ਰਿਹਾ ਇਹਦੇ ਬਾਰੇ ਕੋਈ ਮਾੜਾ ਤਾਂ ਨਹੀਂ ਕਹਿ ਰਿਹਾ। ਇਹ ਛੱਡ, ਲੋਕੀ ਕੀ ਕਹਿੰਦੇ ਇਹਨੂੰ ਛੱਡ, ਤੂੰ ਇਹ ਵੇਖ ਤੂੰ ਤੇ ਗੁਰੂ ਨੇ ਕਰਨਾ ਕੀ ਹੈ। ਮਸਲਾ ਐਸ ਚ ਪੈ, ਜਦੋਂ ਇਸ ਮਸਲੇ ਚ ਪਏਗਾ, ਇੱਧਰ ਤੁਰੇਗਾ, ਇਹਨੂੰ ਗੁਰਦੇਵ ਕਹਿੰਦੇ ਵੇਸ ਨੂੰ ਛੱਡਣਾ। ਸੋ ਗੁਰਦੇਵ ਦਾ ਬਚਨ ਹੈ, ਗੁਰਦੇਵ ਕਹਿੰਦੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਢਾਰ ਦਾ ਮਤਲਬ ਸਮਝ ਲਿਓ, ਲੋਹਾਰ ਦੀ ਦੁਕਾਨ ਤੇ ਜਾਓ, ਸੁਨਿਆਰ ਦੀ ਦੁਕਾਨ ਤੇ ਜਾਓ, ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਨੇ ਨਾ, ਲੋਹਾ ਹੋਵੇ ਉਹਦੀ ਦੁਕਾਨ ਤੇ ਪਿਆ, ਉਹਨੂੰ ਉਹ ਗਰਮ ਕਰਦਾ ਹੈ, ਢਾਲ ਲੈਂਦਾ ਤੇ ਨਵੀਂ ਸ਼ੇਪ ਦੇ ਦਿੰਦਾ। ਸੁਨਿਆਰ ਕੋਲ ਸੋਨਾ ਹੋਵੇ, ਉਹਨੂੰ ਗਰਮ ਕਰਦਾ, ਢਾਲ ਲੈਂਦਾ ਤੇ ਨਵੀਂ ਸ਼ੇਪ ਦਿੰਦਾ। ਕਹਿੰਦੇ ਇੱਥੇ ਵੀ ਗੁਰੂ ਤੈਨੂੰ ਢਾਲੇਗਾ, ਸਮਝ ਲੈ, ਤੈਨੂੰ ਗਰਮ ਕਰੇਗਾ। ਜਿਵੇਂ ਲੋਹੇ ਨੂੰ ਤਪਾਇਆ ਜਾਂਦਾ ਹੈ, ਗਰਮ ਕਰੇਗਾ, ਭਾਵ ਜਗ੍ਹਾ ਜਗ੍ਹਾ ਤੇਰੀ ਪਰਖ ਹੋਏਗੀ। ਉਹ ਜਿਵੇਂ ਭਾਈ ਲੈਣੇ ਦੀ ਵਾਰ-ਵਾਰ ਗੁਰੂ ਮਹਾਰਾਜ ਪਰਖ ਕਰਦੇ ਆ ਨਾ, ਇੱਥੇ ਵੀ ਪਰਖ ਹੋਣੀ। ਪਰਖ ਹੁਣ ਗੁਰੂ ਨੇ ਸਰੀਰਕ ਤੌਰ ਤੇ ਨਹੀਂ ਆ ਕੇ ਕਰਨੀ, ਇਹਨਾਂ ਗੱਲਾਂ 'ਚ ਹੀ ਕਰਨੀ ਹੈ ਕਿ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਆਪਾਂ ਸੇਵਾ ਨੂੰ, ਸਿਮਰਨ ਨੂੰ, ਸਿੱਖੀ ਨੂੰ ਤਲਾਂਜਲੀ ਦੇ, ਇਹਨਾਂ ਗੱਲਾਂ ਤੋਂ, ਕਿਉਂਕਿ ਹੁਣ ਗੁਰੂ ਕਿੱਥੇ ਹੈ? ਸੰਗਤ ਵਿੱਚ ਹੈ। ਸਰੀਰਕ ਵਾਸਾ ਗੁਰੂ ਦਾ ਸੰਗਤ 'ਚ ਹੈ। ਇਹਦੇ ਵਿੱਚੋਂ ਕਿਸੇ ਨੇ ਚੰਗੀ ਗੱਲ ਕਹਿ ਦਿੱਤੀ, ਮੈਂ ਫੁੱਲ ਗਿਆ, ਜੇ ਮਾੜੀ ਕਹਿ ਦਿੱਤੀ ਤੇ ਬਗਾਲਟੀ ਵਗਾ ਕੇ ਮਾਰੀ। ਇਹ ਪਰਖ ਹੀ ਹੈ, ਇਹੀ ਪਰਖ ਹੈ ਜਿਹਦੇ ਚੋਂ ਆਪਾਂ ਨਿਕਲ ਰਹੇ ਹਾਂ। ਸੋ ਇਸ ਗੱਲ ਨੂੰ ਗੁਰਦੇਵ ਕਹਿੰਦੇ, ਇਹਨੂੰ ਕਹਿੰਦੇ ਆ ਆਪਣੇ ਅੰਦਰ ਉਤਰਨਾ। ਭਾਵ ਅੰਦਰ ਉਤਰਨ ਦਾ ਮਤਲਬ ਹੈ ਮੈਂ ਆਪਣਾ ਇਹ ਆਤਮ ਨਿਰੀਖਣ ਕਰਦਾ ਰਵਾਂ ਕਿ ਮੇਰੇ ਅੰਦਰ ਉਸਤਤ ਸੁਣਨ ਦੀ ਵਾਦੀ ਤਾਂ ਨਹੀਂ ਪੈ ਰਹੀ, ਕਿ ਕੋਈ ਮੇਰੇ ਬਾਰੇ ਕਹਿੰਦਾ ਵੀ ਆ ਕੁਛ ਕਿ ਨਹੀਂ ਕਹਿੰਦਾ, ਜਾਂ ਇਹ ਸੁਣਨ ਦੀ ਵਾਦੀ ਤਾਂ ਨਹੀਂ ਪੈ ਰਹੀ ਕਿ ਕੋਈ ਮੇਰੇ ਬਾਰੇ ਮਾੜਾ ਤਾਂ ਨਹੀਂ ਕਹਿ ਰਿਹਾ। ਕਿਤੇ ਜੇ ਮਾੜਾ ਕਹਿ ਰਿਹਾ ਤੇ ਉਹਦੇ ਤੱਕ ਸੁਨੇਹਾ ਭੇਜੀਏ, ਭਾਈ ਹਾਂ ਇਹ ਗੱਲ ਕਿਉਂ ਕਰਦਾ। ਗੁਰਦੇਵ ਕਹਿੰਦੇ ਨਾ ਦੋਵਾਂ ਨੂੰ ਛੱਡ। ਸੋ ਇਹਨੂੰ ਕਹਿੰਦੇ ਆ ਆਪਣੇ ਅੰਦਰ ਉਤਰਨਾ। ਸੋ ਗੁਰਦੇਵ ਨੇ ਅੱਜ ਦੇ ਬਚਨ ਚੋਂ ਹੀ ਕਿਹਾ, ਸਤਿਗੁਰ ਮਿਲਿਆ ਸੁਹਾਵੇਸ ਗਿਆ। ਇਹ ਵੇਸ ਗਿਆ, ਜਦੋਂ ਗੁਰੂ ਨੇ ਮਿਲਿਆ ਤੇ ਵੇਸ ਗਿਆ, ਮੈਂ ਆਪਣੇ ਅੰਦਰ ਉਤਰ ਗਿਆ। ਹਉ ਮੈਂ ਵਿੱਚੋਂ ਮਾਰ, ਆਪਣੇ ਅੰਦਰ ਉਤਰ ਕੇ, ਤੇ ਜਿਹੜੀ ਅੰਦਰ ਹਉਮੈ ਸੀਗੀ ਮੈਂ ਉਹਨੂੰ ਅੰਦਰੋਂ ਹੀ ਕੀ ਕਰ ਦਿੱਤਾ? ਮਾਰ ਦਿੱਤਾ, ਬਾਹਰ ਪੈਦਾ ਹੀ ਨਹੀਂ ਹੋਣ ਦਿੱਤਾ। ਅੰਦਰ ਹਉਮੈ ਨੂੰ ਅੰਦਰ ਹੀ ਮਾਰ ਦਿੱਤਾ। ਇਹਨੂੰ ਗੁਰਦੇਵ ਕਹਿੰਦੇ ਨੇ ਮਨ ਨੇ ਮਨ ਨੂੰ ਮਾਰ ਲਿਆ। ਇਹਨੂੰ ਬਾਣੀ ਚ ਇਉਂ ਵੀ ਕਹਿੰਦੇ ਨੇ, ਇਹਨੂੰ ਇਉਂ ਵੀ ਕਹਿੰਦੇ ਨੇ ਮਨ ਜੀਤਾ ਹੈ ਜਗਜੀਤ। ਵੀ ਆਪਣੇ ਅੰਦਰ ਉਤਰ ਕੇ ਆਪਣੇ ਆਪ ਹੀ ਗੁਰੂ ਦੀ ਸਿੱਖਿਆ ਨਾਲ ਮੈਂ ਆਪਣੇ ਆਪੇ ਨੂੰ ਮਾਰ ਲਿਆ। ਹਉਮੈ ਮਾਰ ਮਨ ਤਨ ਰਤਾ ਲਾਲ ਹੋਆ। ਹੁਣ ਮੇਰਾ ਰੰਗ ਲਾਲ ਹੋ ਗਿਆ, ਮੇਰਾ ਮਨ ਵੀ ਲਾਲ ਹੋ ਗਿਆ, ਮੇਰਾ ਤਨ ਵੀ ਲਾਲ ਹੋ ਗਿਆ। ਰਸਨਾ ਰਤੀ ਗੁਣ ਸਾਰ। ਸਾਰ ਦਾ ਮਤਲਬ ਹੈ ਸੰਭਾਲ। ਮੇਰਾ ਮਨ, ਮੇਰਾ ਤਨ, ਮੇਰੀ ਰਸਨਾ ਗੁਰੂ ਦੇ ਦਿੱਤੇ ਗੁਣਾਂ ਨੂੰ ਸੰਭਾਲ ਕਰਕੇ ਹੁਣ ਵਧੀਆ ਬਣ ਗਈ ਹੈ। ਸਦਾ ਸੁਹਾਗਣ, ਮੈਂ ਸੁਹਾਗਵਤੀ ਹੋ ਗਈ ਹਾਂ। ਸ਼ਬਦ ਮਨ ਪੈ, ਸ਼ਬਦ ਦਾ ਭੈ ਮੇਰੇ ਮਨ ਚ ਉਤਰ ਗਿਆ, ਡਰ ਗੁਰੂ ਦਾ ਉਤਰ ਗਿਆ। ਕਰੇ ਸ਼ਿੰਗਾਰ, ਇਹਦਾ ਹੀ ਮੈਂ ਸ਼ਿੰਗਾਰ ਕੀਤਾ। ਨਾਨਕ ਕਰਮੀ ਮੈਲ ਪਾਇਆ। ਇਹ ਤੇ ਮੇਰੇ ਚੰਗੇ ਕਰਮ ਸਨ ਕਿ ਮੈਂ ਇਹੋ ਜਿਹਾ ਮਹਿਲ, ਇਹੋ ਜਿਹਾ ਮਰਤਬਾ ਹਾਸਲ ਕੀਤਾ। ਫਿਰ ਰਾਖਿਆ ਉਰ ਧਾਰ। ਸੋ ਅੱਜ ਦੇ ਸ਼ਲੋਕ ਵਿੱਚ ਜਿਹੜੀ ਪੌੜੀ 'ਚ ਗੱਲ ਕਹੀ ਸੀ ਗੁਰਦੇਵ ਨੇ ਮਨਮੁਖ ਦੇ ਬਾਰੇ, ਜੋ ਗੱਲਾਂ ਕੱਲ ਅਸੀਂ ਵਿਚਾਰੀਆਂ ਸੀ, ਉਹਨਾਂ ਸਾਰੀਆਂ ਗੱਲਾਂ ਨੂੰ ਗੁਰਦੇਵ ਕਹਿੰਦੇ ਛੱਡ ਤੇ ਆਪਣੇ ਅੰਦਰ ਉਤਰ, ਤੇ ਉਤਰ ਕੇ ਆਪਣੇ ਅੰਦਰ ਨੂੰ ਫਰੋਲ, ਤੇ ਫਰੋਲ ਕੇ ਜੋ ਚੀਜ਼ਾਂ ਅੰਦਰ ਭੈੜੀਆਂ ਨੇ ਗੁਰੂ ਕੋਲੋਂ ਸਿੱਖਿਆ ਲੈ ਕੇ ਉਹਨਾਂ ਨੂੰ ਅੰਦਰ ਹੀ ਮਾਰ ਦੇ, ਬਾਹਰ ਨਾ ਨਿਕਲਣ ਦੇ। ਜੇ ਕਾਮ ਅੰਦਰ ਪੈਦਾ ਹੋਇਆ ਤੇ ਅੰਦਰ ਹੀ ਮਾਰ ਦੇ, ਇਹਨੂੰ ਬਾਹਰ ਨਾ ਨਿਕਲਣ ਦੇ। ਜੇ ਕ੍ਰੋਧ ਅੰਦਰ ਪੈਦਾ ਹੋਇਆ ਤੇ ਅੰਦਰ ਹੀ ਮਾਰ ਦੇ, ਇਹਨੂੰ ਬਾਹਰ ਨਾ ਨਿਕਲਣ ਦੇ। ਇਸੇ ਨੂੰ ਗੁਰਦੇਵ ਕਹਿੰਦੇ ਪੰਚ ਦੂਤ ਤੁਧ ਬਸ ਕੀਤੇ, ਕਾਲ ਕੰਟਕ ਮਾਰਿਆ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ,